ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਖਾਲਸਾ ਪ੍ਰਚਾਰ ਮਿਸ਼ਨ YouTube ਚੈਨਲ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਜੀ। ਲੈ ਕੇ ਹਾਜ਼ਰ ਹਾਂ ਤੁਹਾਡਾ ਪਸੰਦੀਦਾ ਪ੍ਰੋਗਰਾਮ ਗੁਰਬਾਣੀ ਐਜੂਕੇਸ਼ਨ, ਜਿਸ ਦੇ ਵਿੱਚ ਅਸੀਂ ਅਲੱਗ-ਅਲੱਗ ਵਿਸ਼ਿਆਂ ਦੇ ਉੱਤੇ ਗੱਲਬਾਤ ਕਰਦੇ ਹਾਂ ਗੁਰਬਾਣੀ ਦੇ ਰਾਹੀਂ। ਸੋ ਅੱਜ ਦਾ ਜਿਹੜਾ ਸਾਡਾ ਵਿਸ਼ਾ ਰਹੇਗਾ ਉਹ ਥੋੜੇ ਦਿਨਾਂ ਤੱਕ ਆ ਰਿਹਾ ਜੀ, ਦਿਨ ਕਰਵਾ ਚੌਥ ਦਾ, ਤੇ ਉਸੇ ਵਿਸ਼ੇ ਨੂੰ ਲੈ ਕੇ ਅੱਜ ਵਿਚਾਰ ਕਰਾਂਗੇ ਗੁਰਬਾਣੀ ਦੇ ਰਾਹੀਂ ਕਿ ਗੁਰਬਾਣੀ ਸਾਨੂੰ ਕੀ ਉਪਦੇਸ਼ ਦੇ ਰਹੀ ਹੈ। ਤੇ ਵਿਚਾਰ ਕਰਨ ਦੇ ਲਈ ਅੱਜ ਮੇਰੇ ਨਾਲ ਸਟੂਡੀਓ ਦੇ ਵਿੱਚ ਮੌਜੂਦ ਨੇ ਭੈਣ ਗੁਰਪ੍ਰੀਤ ਕੌਰ ਖਾਲਸਾ ਜੀ, ਜੋ ਕਿ ਸਿੱਖ ਪ੍ਰਚਾਰਕ ਹਨ। ਉਹਨਾਂ ਦੇ ਨਾਲ ਆਪਾਂ ਗੱਲਬਾਤ ਕਰਾਂਗੇ, ਸਮਝਾਂਗੇ ਗੁਰਬਾਣੀ ਦੇ ਰਾਹੀਂ ਕਿ ਕੀ ਗੁਰੂ ਸਾਹਿਬ ਸਾਨੂੰ ਉਪਦੇਸ਼ ਦੇ ਰਹੇ ਹਨ। ਸੋ ਸਭ ਤੋਂ ਪਹਿਲਾਂ ਭੈਣ ਜੀ ਦਾ ਆਪਾਂ ਸਵਾਗਤ ਕਰਾਂਗੇ ਸਾਡੇ ਸਟੂਡੀਓ ਤੇ ਆਉਣ। ਭੈਣ ਜੀ, ਆਪ ਜੀ ਦਾ ਸਵਾਗਤ ਹੈ ਜੀ ਇਸ ਪ੍ਰੋਗਰਾਮ ਦੇ। ਤੁਸੀਂ ਹਾਜ਼ਰ ਹੋਏ ਹੋ, ਆਪਣਾ ਕੀਮਤੀ ਸਮਾਂ ਕੱਢ ਕੇ ਫਤਿਹ ਦੀ ਸਾਂਝ ਪਾਓ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਸਾਹਿਬ ਜੀ ਦੀ ਅਪਾਰ ਕਿਰਪਾ ਹੈ ਜੋ ਉਹਨਾਂ ਨੇ ਇਹ ਮੁਬਾਰਕ ਮੌਕਾ ਬਖਸ਼ਿਆ ਹੈ। ਖਾਲਸਾ ਪ੍ਰਚਾਰ ਸੇਵਾ ਮਿਸ਼ਨ ਚੈਨਲ ਦਾ ਵੀਰਾਂ ਦਾ ਬਹੁਤ ਧੰਨਵਾਦ। ਉਹਨਾਂ ਨੇ ਇਹ ਮੌਕਾ ਬਖਸ਼ਿਆ ਇੱਥੇ ਆ ਕੇ ਆਪਣੇ ਵਿਚਾਰ ਸਾਂਝੇ ਕਰਨ ਦਾ। ਸੋ ਭੈਣ ਜੀ, ਸਭ ਤੋਂ ਪਹਿਲਾਂ ਜਾਣਨਾ ਚਾਹਾਂਗੇ ਕਿ ਕਰਵਾ ਚੌਥ ਇਸ ਦਿਨ ਦਾ ਨਾਮ ਰੱਖਿਆ ਹੈ। ਚੌਥ ਦਾ ਮਤਲਬ ਤਾਂ ਸਮਝ ਆਉਂਦਾ ਵੀ ਚੰਦਰਮਾ ਦੀ ਚੌਥੀ ਤਰੀਕ ਹੈ, ਪਰ ਕਰਵੇ ਦਾ ਮਤਲਬ ਛੇਤੀ ਸਮਝ ਨਹੀਂ ਆਉਂਦਾ। ਇਹਦੇ ਬਾਰੇ ਥੋੜਾ ਜਿਹਾ ਚਾਨਣਾ ਪਾਓ ਵੀ ਕਰਵੇ ਦਾ ਆਖਰੀ ਅਰਥ ਕੀ ਹੈ, ਇਹਦਾ ਕੀ ਮਤਲਬ ਹੈ ਜੀ? ਕਰਵੇ ਦਾ ਅਰਥ ਹੈ ਇੱਕ ਬਰਤਨ, ਮਿੱਟੀ ਦਾ ਭਾਂਡਾ। ਅੱਛਾ ਜੀ। ਜਿਹਦੇ ਵਿੱਚ ਇੱਕ ਸੁਰਾਖ ਹੁੰਦਾ ਹੈ। ਅੱਛਾ। ਤੇ ਉਸ ਸੁਰਾਖ ਚੋਂ ਚੰਦਰਮਾ ਨੂੰ ਅਰਘ ਦਿੱਤਾ ਜਾਂਦਾ ਹੈ, ਪਾਣੀ ਦਿੱਤਾ ਜਾਂਦਾ ਹੈ। ਓਕੇ। ਸੋ ਇਹ ਹੈ ਕਰਵਾ। ਅੱਛਾ, ਇੱਕ ਬਰਤਨ ਦਾ ਨਾਮ ਹੈ ਕਰਵਾ। ਹਾਂਜੀ। ਸੋ ਮੈਨੂੰ ਲੱਗਦਾ ਵੀ ਜਿਹੜੀਆਂ ਭੈਣਾਂ ਰੱਖਦੀਆਂ ਨੇ, ਸ਼ਾਇਦ ਕਿਤੇ ਖਾਸ ਕਰਕੇ ਆਪਣੀਆਂ ਸਿੱਖ ਬੀਬੀਆਂ ਜਿਹੜੀਆਂ ਦੇਖੋ ਦੇਖੀ ਇਹ ਕਰਮਕਾਂਡ ਕਰੀ ਜਾ ਰਹੀਆਂ ਨੇ, ਉਹਨਾਂ ਨੂੰ ਵੀ ਨਹੀਂ ਪਤਾ ਹੋਣਾ ਵੀ ਕਰਵੇ ਦਾ ਮਤਲਬ ਕੀ ਹੁੰਦਾ। ਸੋ ਇਹਦੇ ਨਾਲ ਕੀ ਸੰਬੰਧ ਹੈ, ਚਲੋ ਉਹਨਾਂ ਦਾ ਆਪਣਾ ਵਿਸ਼ਾ ਹੈਗਾ। ਸੋ ਅਗਲਾ ਸਵਾਲ ਮੈਂ ਭੈਣ ਜੀ ਇਹ ਜਾਣਨਾ ਚਾਹਾਂਗਾ ਕਿ ਕੋਈ ਵੀ ਦਿਨ ਤਿਉਹਾਰ ਆਪਾਂ ਦੇਖਦੇ ਹਾਂ ਤਾਂ ਉਹਦੇ ਪਿੱਛੇ ਕੋਈ ਨਾ ਕੋਈ ਇਤਿਹਾਸ ਹੁੰਦਾ ਹੈ, ਕੋਈ ਨਾ ਕੋਈ ਕਾਰਨ ਹੁੰਦਾ ਹੈ ਨਾ। ਦੀਵਾਲੀ ਦਾ ਦਿਨ ਅਗਰ ਲੈ ਲਈਏ ਤਾਂ ਉਹਦਾ ਇਤਿਹਾਸ ਕਿ ਭਗਵਾਨ ਰਾਮਚੰਦਰ ਜੀ 14 ਸਾਲ ਦਾ ਬਨਵਾਸ ਕੱਟ ਕੇ ਵਾਪਸ ਆਏ ਸੀ, ਤੇ ਉਹਨਾਂ ਦੀ ਆਉਣ ਦੀ ਖੁਸ਼ੀ ਦੇ ਵਿੱਚ ਲੋਕਾਂ ਨੇ ਦੀਪਮਾਲਾ ਕੀਤੀ। ਤੇ ਆਪਣੇ ਸਿੱਖ ਧਰਮ ਦੇ ਵਿੱਚ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ 52 ਰਾਜਿਆਂ ਨੂੰ ਰਿਹਾ ਕਰਕੇ ਆਏ, ਗੁਰੂ ਸਾਹਿਬ ਦੇ ਆਉਣ ਦੀ ਖੁਸ਼ੀ ਦਿਨ ਮਨਾਇਆ। ਸੋ ਵਿਸਾਖੀ ਦਾ ਦਿਨ ਲੈ ਲਈਏ ਤਾਂ ਗੁਰੂ ਸਾਹਿਬ ਨੇ ਖਾਲਸਾ ਪੰਥ ਦੀ ਸਾਜਨਾ ਕੀਤੀ। ਸੋ ਕੋਈ ਵੀ ਦਿਨ ਹੈ, ਕੋਈ ਵੀ ਤਿਉਹਾਰ ਹੈ, ਉਹਦਾ ਕੋਈ ਨਾ ਕੋਈ ਕਾਰਨ ਹੁੰਦਾ ਹੈ। ਤੇ ਇਹ ਕਰਵਾ ਚੌਥ ਦਾ ਦਿਨ ਸਾਡੀਆਂ ਭੈਣਾਂ ਬੀਬੀਆਂ ਬੜੇ ਉਤਸ਼ਾਹ ਦੇ ਨਾਲ ਮਨਾਉਂਦੀਆਂ ਨੇ। ਤੇ ਇਹਦਾ ਕੀ ਇਹਦਾ ਪਿਛੋਕੜ ਹੈ, ਕੀ ਇਹਦਾ ਇਤਿਹਾਸ, ਕੋਈ ਇਹਦੇ ਬਾਰੇ ਸਾਨੂੰ ਥੋੜੀ ਜਾਣਕਾਰੀ ਦਿਓ ਸਾਡੇ ਦਰਸ਼ਕਾਂ ਨੂੰ। ਆਪਾਂ ਜਾਣਦੇ ਹੀ ਹਾਂ ਜਿਵੇਂ ਕਿ ਹਿੰਦੂ ਧਰਮ ਵਿੱਚ ਕਾਫੀ ਸਾਰੇ ਏਦਾਂ ਦੇ ਤਿਉਹਾਰ ਮਨਾਏ ਜਾਂਦੇ ਹਨ। ਹਾਂਜੀ। ਕਰਵਾ ਚੌਥ ਦੀ ਜੇਕਰ ਗੱਲ ਕਰੀਏ ਤੇ ਇਹ ਸਿਰਫ ਇੱਕ ਇਸਤਰੀ ਦੀ ਗੁਲਾਮੀ ਦਾ ਪ੍ਰਤੀਕ ਹੈ। ਅੱਛਾ ਜੀ। ਇਸਤਰੀਆਂ ਦਾ ਸਮਾਜ ਵਿੱਚ ਜੋ ਦਰਜਾ ਹੈ ਆਪਾਂ ਸਾਰੇ ਜਾਣਦੇ ਹੀ ਹਾਂ। ਸ਼ੁਰੂ ਤੋਂ ਪੁਰਾਣੇ ਸਮੇਂ ਤੋਂ ਲੈ ਲਈਏ ਕਿ ਉਹਨੂੰ ਬਹੁਤਾ ਚੰਗਾ ਨਹੀਂ ਸਮਝਿਆ ਜਾਂਦਾ। ਪੁਰਾਣੇ ਵਿਚਾਰਵਾਨ ਜਿਹੜੇ ਹੋਏ ਨੇ, ਵੱਡੇ ਮਹਾਨ ਗਿਆਨੀ ਹੋਏ ਨੇ, ਸਭ ਨੇ ਇਸਤਰੀ ਨੂੰ ਦੁਰਕਾਰਿਆ ਹੀ ਹੈ। ਬਿਲਕੁਲ। ਹਾਂਜੀ। ਉਹਨੂੰ ਉਹਦਾ ਬਣਦਾ ਮਾਨ ਅੱਜ ਤੱਕ ਨਹੀਂ ਮਿਲਿਆ। ਅਗਰ ਕਹੀਏ ਸਹੀ ਵੇ ਨਾਲ, ਅੱਜ ਤੱਕ ਉਹਨੂੰ ਉਸਦਾ ਬਣਦਾ ਮਾਨ ਨਹੀਂ ਮਿਲਿਆ। ਬਿਲਕੁਲ। ਹਿੰਦੂ ਧਰਮ ਵਿੱਚ ਕੀ ਹੈ ਕਿ ਪੁਜਾਰੀ ਵੱਲੋਂ ਇਸਤਰੀ ਨੂੰ ਨੀਵਾਂ ਦਿਖਾਉਣ ਲਈ, ਛੋਟਾ ਦਰਸਾਉਣ ਲਈ ਉਹਦੇ ਅੰਦਰ ਇੱਕ ਡਰ ਪਾ ਦਿੱਤਾ ਗਿਆ। ਜਿਵੇਂ ਕਿ ਆਪਾਂ ਜਾਣਦੇ ਹੀ ਹਾਂ, ਸਤੀ ਪ੍ਰਥਾ ਦਾ ਕਿੰਨਾ ਬੋਲਬਾਲਾ ਸੀ। ਹਾਂਜੀ। ਤੀਜੇ ਪਾਤਸ਼ਾਹ ਗੁਰੂ ਅਮਰਦਾਸ ਜੀ ਨੇ ਸਤੀ ਪ੍ਰਥਾ ਬੰਦ ਕਰਵਾਈ, ਉਸ ਤੇ ਰੋਕ ਲਗਾਈ। ਹੋਰ ਜਿੰਨੀਆਂ ਵੀ ਕੁਰੀਤੀਆਂ ਸਨ ਉਹਨਾਂ ਨੂੰ ਬੰਦ ਕਰਵਾਇਆ। ਇੱਥੇ ਮੈਂ ਥੋੜਾ ਜਿਹਾ ਆਪ ਜੀ ਨੂੰ ਵਿੱਚ ਟੋਕਾਂਗਾ। ਸਤੀ ਪ੍ਰਥਾ ਭੈਣ ਜੀ ਨੇ ਗੱਲ ਕੀਤੀ, ਬਹੁਤ ਸਾਰੀਆਂ ਸਾਡੀਆਂ ਭੈਣਾਂ ਨੂੰ, ਸਾਡੇ ਦਰਸ਼ਕਾਂ ਨੂੰ ਇਹਦੇ ਬਾਰੇ ਸਮਝ ਵੀ ਨਹੀਂ ਆਉਣੀ ਵੀ ਸਤੀ ਪ੍ਰਥਾ ਹੈ ਕੀ ਸੀ। ਸਤੀ ਪ੍ਰਥਾ ਉਹ ਸੀ ਜਿਹੜੀ ਕਿ ਗੁਰੂ ਸਾਹਿਬ ਦੇ ਜਨਮ ਤੋਂ ਪਹਿਲਾਂ, ਗੁਰੂ ਨਾਨਕ ਪਾਤਸ਼ਾਹ ਜੀ ਦੇ ਆਉਣ ਤੋਂ ਪਹਿਲਾਂ, ਜਦੋਂ ਪਤੀ ਦੀ ਮੌਤ ਹੋ ਜਾਂਦੀ ਸੀ ਤਾਂ ਪਤਨੀ ਨੂੰ ਉਸ ਦੀ ਲਾਸ਼ ਦੇ ਨਾਲ ਜਿਉਂਦੀ ਨੂੰ ਸਾੜਿਆ ਜਾਂਦਾ ਸੀ। ਇਹ ਸੀ ਸਤੀ ਪ੍ਰਥਾ। ਪੁਜਾਰੀ ਵੱਲੋਂ ਇਸਤਰੀ ਨੂੰ ਸਮਝਾਇਆ ਗਿਆ ਕਿ ਤੈਨੂੰ ਤੇਰੇ ਪਤੀ ਦੇ ਨਾਲ ਜਿੰਦਾ ਸਾੜ ਦਿੱਤਾ ਜਾਏਗਾ, ਤੂੰ ਕੀ ਕਰ, ਆਪਣੇ ਪਤੀ ਦੀ ਉਮਰ ਵਧਾ। ਤੇ ਉਮਰ ਵਧਾਉਣ ਲਈ ਕੀ ਕਰ, ਉਹਦੇ ਲਈ ਵਰਤ ਰੱਖ, ਭੁੱਖੀ ਰਹਿ, ਹਾਰ ਸ਼ਿੰਗਾਰ ਕਰ। ਤੇ ਇਸਤਰੀ ਡਰੀ ਹੋਈ ਸੀ, ਨੀਵੀਂ ਸੀ, ਨਿਤਾਣੀ ਸੀ। ਪੁਜਾਰੀ ਦੀ ਉਹਨੇ ਇਹ ਗੱਲ ਮੰਨ ਲਈ ਤੇ ਵਰਤ ਰੱਖਣੀ ਸ਼ੁਰੂ ਕਰ ਦਿੱਤੀ। ਡਰ ਕੀ ਸੀ ਪਿੱਛੇ ਕਿ ਆਪਣੀ
ਜਾਨ ਬਚਾ ਸਕਣ। ਬਿਲਕੁਲ, ਜਾਨ ਆਪਣੀ ਜਾਨ। ਸੋ ਆਪਾਂ ਕਹਿ ਸਕਦੇ ਹਾਂ ਕਿ ਕਿਤੇ ਨਾ ਕਿਤੇ ਮਾਨਤਾ ਵੀ ਸਾਹਮਣੇ ਆਉਂਦੀ ਹੈ ਕਿ ਉਸ ਵੇਲੇ ਜਦੋਂ ਇਹ ਵਰਤ ਰੱਖੇ ਗਏ ਉਹ ਇਸ ਵਾਸਤੇ ਹੀ ਸੀ ਕਿ ਉਹ ਆਪਣੀ ਜਾਨ ਬਚਾ ਸਕੇ। ਬਿਲਕੁਲ। ਕਿਤੇ ਪਤੀ ਮਰ ਗਿਆ ਤੇ ਉਹਦੇ ਨਾਲ ਇਹਨੂੰ ਸਤੀ ਹੋਣਾ ਪਏਗਾ, ਜਿਉਂਦੇ ਜੀ ਸੜਨਾ ਪਏਗਾ। ਬਿਲਕੁਲ ਹਾਂਜੀ। ਇੱਥੇ ਮੈਂ ਦਰਸ਼ਕਾਂ ਨੂੰ ਦੱਸਣਾ ਚਾਹਾਂਗਾ ਵੀ ਅਸੀਂ ਇੱਥੇ ਕਿਸੇ ਧਰਮ ਨੂੰ, ਕਿਸੇ ਵਿਚਾਰਧਾਰਾ ਨੂੰ ਟਾਰਗੇਟ ਕਰਕੇ ਕੋਈ ਇਹ ਪ੍ਰੋਗਰਾਮ ਨਹੀਂ ਕਰ ਰਹੇ। ਅਸੀਂ ਗੁਰਮਤਿ ਦੀ ਜੋ ਕਨਸੈਪਟ ਹੈ, ਗੁਰੂ ਸਾਹਿਬ ਨੇ ਜੋ ਸਾਨੂੰ ਬਾਣੀ ਦੇ ਵਿੱਚ ਸਮਝਾਇਆ, ਅਸੀਂ ਉਹਦੀ ਗੱਲਬਾਤ ਕਰਨ ਲਈ ਇੱਥੇ ਬੈਠੇ ਇਕੱਤਰ ਹੋਏ ਹਾਂ, ਅੱਜ ਵਿਚਾਰ ਹੀ ਕਰ ਰਹੇ ਹਾਂ। ਤੇ ਬਾਕੀ ਜਿਹੜੇ ਪੁਰਾਤਨ ਗੱਲਾਂ ਜਿਵੇਂ ਵੀ ਚੱਲਦੀਆਂ ਆ ਰਹੀਆਂ ਨੇ ਉਹ ਵੀ ਥੋੜੀਆਂ ਜਿਹੀਆਂ ਸਾਹਮਣੇ ਰੱਖਣੀਆਂ ਜ਼ਰੂਰੀ ਨੇ। ਸੋ ਇਸ ਕਰਕੇ ਮੈਂ ਦਰਸ਼ਕਾਂ ਨੂੰ ਦੱਸਣਾ ਚਾਹਾਂਗਾ ਵੀ ਕੋਈ ਵੀ ਬੰਦਾ ਆਪਣੇ ਆਪ ਤੇ ਇਸ ਵਿਚਾਰ ਨੂੰ ਨਾ ਲਵੇ ਵੀ ਸ਼ਾਇਦ ਕਿਤੇ ਸਾਡੇ ਧਰਮ ਨੂੰ ਫੋਕਸ ਕਰਕੇ ਤੇ ਉੱਥੇ ਨਰਾਦਰੀ ਕੀਤੀ ਜਾ ਰਹੀ ਹੈ। ਏਦਾਂ ਦੀ ਕੋਈ ਗੱਲ ਨਹੀਂ ਹੈ ਸੰਗਤ ਜੀ। ਅਸੀਂ ਤਾਂ ਗੁਰਮਤਿ ਦਾ ਸਿਧਾਂਤ ਹੈ ਜਿਹੜਾ ਗੁਰੂ ਸਾਹਿਬ, ਜਿਵੇਂ ਕਿ ਭੈਣ ਜੀ ਨੇ ਮੈਨੂੰ ਦੱਸਿਆ ਕਿ ਸਤੀ ਪ੍ਰਥਾ ਉਸ ਸਮੇਂ ਤੋਂ ਚੱਲਦੀ ਆ ਰਹੀ ਸੀ ਤੇ ਗੁਰੂ ਅਮਰਦਾਸ ਮਹਾਰਾਜ ਜੀ ਨੇ ਉਸ ਸਤੀ ਪ੍ਰਥਾ ਨੂੰ ਬੰਦ ਕਰਵਾਇਆ। ਮਹਾਰਾਜ ਜੀ ਨੇ ਉਪਦੇਸ਼ ਦਿੱਤਾ ਕਿ ਸਤੀਆਂ ਇਹਨਾਂ ਆਖੀਆਂ ਜੋ ਮੜੀਆਂ ਲੱਗ ਜਨਨ, ਸਤੀਆ ਸਹੀ ਨਾਨਕਾ ਜੋ ਬਿਰਹ ਚੋਟ ਮਰਨ। ਗੁਰੂ ਸਾਹਿਬ ਜੀ ਕਹਿੰਦੇ ਸਤੀ ਉਹ ਨਹੀਂ ਜਿਹੜੀ ਆਪਣੇ ਪਤੀ ਦੀ ਲਾਸ਼ ਦੇ ਨਾਲ ਸੜ ਕੇ ਮਰ ਗਈ। ਸਤੀ ਤਾਂ ਉਹ ਹੈ ਜਿਹੜੀ ਸਾਰੀ ਉਮਰ ਆਪਣੇ ਪਤੀ ਦੇ ਵਿਛੋੜੇ ਦੇ ਵਿੱਚ ਉਸ ਦੀ ਯਾਦ ਦੇ ਨਾਲ ਆਪਣਾ ਜੀਵਨ ਬਤੀਤ ਕਰਕੇ ਜੀਵਨ ਬਸਰ ਕਰ ਰਹੀ ਹੈ, ਉਹਨੂੰ ਕਹਿੰਦੇ ਨੇ ਅਸਲੀ ਸਤੀ ਦਾ। ਸੋ ਗੁਰੂ ਸਾਹਿਬ ਨੇ ਇਹ ਜਿਹੜੀਆਂ ਕ੍ਰਾਂਤੀਕਾਰੀ ਕਾਰਜ ਸੀ ਜਿਹੜੇ ਗੁਰੂ ਸਾਹਿਬ ਨੇ ਕੀਤੇ ਆਪਣੇ ਟਾਈਮ ਦੇ ਵਿੱਚ, ਸੋ ਇਹ ਸਾਡੇ ਕੋਲ ਸਬੂਤ ਮਿਲਦੇ ਹਨ। ਸੋ ਜਿਸ ਤਰ੍ਹਾਂ ਕਿ ਭੈਣ ਜੀ ਨੇ ਦੱਸਿਆ ਕਿ ਔਰਤ ਦੀ ਦਸ਼ਾ ਜਿਹੜੀ ਉਹ ਬੜੀ ਹੀ ਤਰਸਯੋਗ ਸੀ। ਹਰ ਪੱਖੋਂ ਦੇਖੋ ਕਿ ਔਰਤ ਨੂੰ ਮਰਦ ਦਾ ਗੁਲਾਮ ਬਣਾਉਣ ਦਾ ਜਿਹੜਾ ਸੀਗਾ ਉਸ ਸਮੇਂ ਸਿਲਸਿਲਾ ਚੱਲਦਾ ਹੀ ਰਿਹਾ। ਰੱਖੜੀ ਦੀ ਗੱਲ ਕਰੀਏ ਤਾਂ ਬਚਪਨ ਦੇ ਵਿੱਚ ਭਰਾ ਦੇ ਅਧੀਨ ਰੱਖਿਆ ਤੇ ਵਿਆਹ ਤੋਂ ਬਾਅਦ ਪਤੀ ਦੇ ਅਧੀਨ। ਉਦਾਂ ਜਿੰਨੇ ਵੀ ਵਰਤ ਆਪਾਂ ਲਾ ਲਈਏ ਤਾਂ ਦੇਖੋ ਕੇਵਲ ਇਸਤਰੀ ਮਰਦ ਦੇ ਲਈ ਹੀ ਰੱਖਦੀ ਆ ਰਹੀ ਹੈ। ਕਿਤੇ ਮਾਂ ਪੁੱਤ ਲਈ ਰੱਖਦੀ ਹੈ, ਕਿਤੇ ਭੈਣ ਭਰਾ ਲਈ ਰੱਖਦੀ ਹੈ, ਕਿਤੇ ਪਤਨੀ ਪਤੀਆਂ ਲਈ ਰੱਖਦੀ ਹੈ। ਇੱਥੋਂ ਤੱਕ ਕਿ ਕੁਆਰੀਆਂ ਕੁੜੀਆਂ ਵੀ ਜਿਹਦਾ ਪਤਾ ਹੀ ਨਹੀਂ ਪਤੀ ਕੌਣ ਹੈ ਉਹ ਵੀ ਆਪਣੇ ਪਤੀ ਦੀ ਹਿਫਾਜ਼ਤ ਦੇ ਲਈ ਵਰਤ ਰੱਖ ਰਹੀਆਂ ਨੇ। ਸੋ ਭੈਣ ਜੀ ਇੱਥੇ ਮੈਂ ਜਾਣਨਾ ਚਾਹਾਂਗਾ ਵੀ ਤੁਸੀਂ ਕੀ ਕਹੋਗੇ ਇਹਦੇ ਉੱਤੇ ਵੀ ਦੇਖੋ ਮਾਂ ਨੂੰ ਪੁੱਤ ਦੀ ਲੋੜ ਹੈ, ਪਤਨੀ ਨੂੰ ਪਤੀ ਦੀ ਲੋੜ ਹੈ, ਭੈਣ ਨੂੰ ਭਰਾ ਦੀ ਲੋੜ ਹੈ, ਮੰਨਦੇ ਇਸ ਗੱਲ ਦੀ, ਪਰ ਉਹਨਾਂ ਪੁਰਸ਼ਾਂ ਨੂੰ ਇਸਤਰੀ ਦੀ ਲੋੜ ਨਹੀਂ, ਪੁੱਤ ਨੂੰ ਮਾਂ ਦੀ ਲੋੜ ਨਹੀਂ, ਭਰਾ ਨੂੰ ਭੈਣ ਦੀ ਲੋੜ ਨਹੀਂ, ਪਤੀ ਨੂੰ ਪਤਨੀ ਦੀ ਲੋੜ ਨਹੀਂ ਜੀਵਨ ਦੇ ਵਿੱਚ। ਏਦਾਂ ਕਿਉਂ? ਇੱਥੇ ਵੀ ਏਦਾਂ ਸਮਝਾਉਂਦੇ ਸਨ ਕਿ ਜਿਵੇਂ ਪੁਰਾਣਾ ਚੱਲਦਾ ਆ ਰਿਹਾ ਹੈ ਨਾ, ਹਾਂਜੀ, ਇਸਤਰੀ ਤਰਸਯੋਗ ਹੈ, ਦਇਆ ਦੀ ਪਾਤਰ ਹੈ। ਔਰ ਜਿੱਥੇ ਆਂਦੀ ਹੈ ਕਿ ਮਾਂ ਵਰਤ ਰੱਖ ਰਹੀ ਹੈ ਆਪਣੇ ਪੁੱਤਰ ਲਈ, ਹਾਂਜੀ, ਚਲੋ ਆਪਾਂ ਪੋਜ਼ਿਟਿਵਲੀ ਲੈ ਵੀ ਲਈਏ ਹੈ ਨਾ ਕਿ ਸੁਖ ਮਨਾ ਰਹੀ ਹੈ ਨਾ, ਉਹਦਾ ਪੁੱਤਰ ਹੈ। ਭੈਣ ਭਰਾ ਲਈ ਵਰਤ ਰੱਖ ਰਹੀ ਹੈ, ਪਤਨੀ ਆਪਣੇ ਪਤੀ ਲਈ ਰੱਖ ਰਹੀ ਹੈ, ਵੀ ਸੁਖ ਮਨਾ ਰਹੀ ਹੈ। ਜੇ ਆਪਾਂ ਸਮਝੀਏ, ਚਲੋ ਪੋਜ਼ਿਟਿਵਲੀ ਮੰਨ ਲਈਏ ਕਿ ਕੁਝ ਫਾਇਦਾ ਹੋ ਰਿਹਾ ਹੈ ਨਾ, ਕੁਝ ਅਸੀਂ ਗੇਨ ਕਰ ਰਹੇ ਹਾਂ, ਕੁਝ ਸਾਡਾ ਫਾਇਦਾ, ਕੁਝ ਲਾਭ ਹੋ ਰਿਹਾ ਹੈ, ਸਾਡੀ ਜ਼ਿੰਦਗੀ 'ਚ ਸੁੱਖ ਆ ਰਿਹਾ ਹੈ, ਹਾਂਜੀ, ਤੇ ਕਿ ਇਹ ਸੁੱਖ ਦੀ ਹੱਕਦਾਰ ਉਹ ਇਸਤਰੀ ਨਹੀਂ ਹੈ। ਬਿਲਕੁਲ ਹਾਂਜੀ, ਉਹੀ ਮੈਂ ਗੱਲ ਕਰ ਰਿਹਾ ਹਾਂ। ਮਤਲਬ ਜਿੱਥੇ ਵੀ ਕਿਸੇ ਰਿਲੇਸ਼ਨ ਦੀ ਗੱਲ ਕਰਦੇ ਹਾਂ ਉਹ ਗਿਵ ਐਂਡ ਟੇਕ ਦਾ ਰਿਲੇਸ਼ਨ ਹੁੰਦਾ ਹੈ। ਬਿਲਕੁਲ ਹਾਂਜੀ, ਜਿੱਥੇ ਅਸੀਂ ਦੇ ਰਹੇ ਹਾਂ ਉੱਥੇ ਅਸੀਂ ਲੈਣ ਦੀ ਉਮੀਦ ਵੀ ਰੱਖਦੇ ਹਾਂ, ਕਿਉਂਕਿ ਜਿਹੜੇ ਰਿਸ਼ਤੇ ਹੈ ਜੋ ਉਹਨਾਂ ਵਿੱਚ ਡੈਡੀਕੇਸ਼ਨ ਨਹੀਂ ਹੈ ਤੇ ਉਹ ਰਿਸ਼ਤਾ ਸਿਰਫ ਇੱਕ ਫਾਰਮੈਲਿਟੀ ਰਹਿ ਜਾਂਦਾ ਹੈ। ਬਿਲਕੁਲ। ਹੁਣ ਜਿੱਥੇ ਮਾਂ ਨੇ ਪੁੱਤਰ ਲਈ ਵਰਤ ਰੱਖਿਆ ਹੈ ਕਿ ਪੁੱਤਰ ਨੂੰ ਮਾਂ ਦੀ ਲੋੜ ਨਹੀਂ, ਬਿਲਕੁਲ, ਉਹ ਮਾਂ ਬਿਨਾਂ ਰਹਿ ਸਕਦਾ ਹੈ, ਉਹਦਾ ਜੀਵਨ ਹੈ, ਉਹਦੀ ਪਰਵਰਿਸ਼ ਹੈ ਮਾਂ ਤੋਂ ਬਿਨਾਂ। ਬਿਲਕੁਲ। ਪਰ ਉਸ ਪੁੱਤਰ ਨੂੰ ਕਿਸੇ ਨੇ ਨਹੀਂ ਦੱਸਿਆ ਕਿ ਤੂੰ ਆਪਣੀ ਮਾਂ ਲਈ ਵਰਤ ਰੱਖ। ਬਿਲਕੁਲ। ਹੁਣ ਭੈਣ ਨੂੰ ਕਿਹਾ ਜਾਂਦਾ ਹੈ ਕਿ ਭਰਾ ਦੀ ਲੋੜ ਹੈ, ਰੱਖੜੀ ਦਾ ਜਿਵੇਂ ਤੁਸੀਂ ਕਿਹਾ ਕਿ ਉਹਦੀ ਰੱਖਿਆ ਜ਼ਰੂਰੀ ਹੈ ਨਾ, ਭਰਾ ਰੱਖਿਆ ਕਰੇਗਾ, ਵੀ ਹੁਣ ਭਰਾ ਨੂੰ ਭੈਣ ਦੀ ਲੋੜ ਨਹੀਂ ਹੈ। ਬਿਲਕੁਲ। ਏਦਾਂ ਹੀ ਜੇ ਪਤਨੀ ਨੂੰ ਪਤੀ ਦੀ ਸੁੱਖ ਮਨਾਉਣ ਦੀ ਲੋੜ ਹੈ ਤੇ ਕਿ ਪਤਨੀ ਦੀ ਸੁੱਖ ਮਨਾਉਣ ਵਾਲਾ ਕੋਈ ਵੀ ਨਹੀਂ ਹੈ। ਫਿਰ ਤੇ ਏਦਾਂ ਹੀ ਸਮਝ ਲਈਏ ਨਾ, ਇੱਕ ਤਰਫਾ ਸਭ ਕੁਝ ਬਣਾਇਆ ਗਿਆ, ਇਸਤਰੀ ਨੂੰ ਛੋਟਾ ਛੋਟਾ ਬਸ ਦਿਖਾਉਂਦੇ ਹੀ ਗਏ। ਹੁਣ ਆਪਾਂ ਅਗਰ ਦੇਖੀਏ ਕਿ ਇਤਨੇ ਸਾਲਾਂ ਤੋਂ ਚਲੋ ਪਤਨੀਆਂ ਵਰਤ ਰੱਖਦੀਆਂ ਆ ਰਹੀਆਂ ਹਨ, ਮਾਵਾਂ ਭੈਣਾਂ ਵਰਤ ਰੱਖਦੀਆਂ ਆ ਰਹੀਆਂ ਨਾ, ਸੁੱਖ ਮਨਾ ਰਹੀਆਂ, ਪਰ ਭੈਣਾਂ ਦਾ, ਮਾਵਾਂ ਦਾ, ਇਸਤਰੀਆਂ ਦਾ ਸੁੱਖ ਕਿਸੇ ਨੇ ਨਹੀਂ ਮਨਾਇਆ। ਬਿਲਕੁਲ। ਸੋ ਅੱਜ ਇਸ ਪ੍ਰੋਗਰਾਮ ਦੇ ਜ਼ਰੀਏ ਮੈਂ ਬੇਨਤੀ ਕਰਾਂਗਾ ਵੀ ਹੁਣ ਬੰਦੇ ਨਾ ਸ਼ੁਰੂ ਕਰ ਦਿਓ ਵਰਤ ਰੱਖਣੇ, ਵੀ ਆਪਣਾ ਇਹ ਕਨਸੈਪਟ ਨਹੀਂ ਹੈਗਾ। ਸੋ ਗੁਰੂ ਸਾਹਿਬ ਬਖਸ਼ਿਸ਼ ਕਰਨ। ਆਪਾਂ ਆਪਣੇ ਵਿਸ਼ੇ ਤੇ ਆਈਏ ਭੈਣ ਜੀ, ਗੱਲ ਕਰਾਂਗੇ ਕਰਵਾ ਚੌਥ ਦੀ ਗੱਲ ਕਰ ਰਹੇ ਆਪਾਂ ਨਾ, ਤੇ ਇਹ ਸੁਹਾਗਣਾ ਰੱਖਦੀਆਂ ਜ਼ਿਆਦਾਤਰ ਨਾ ਆਪਣੇ ਪਤੀ ਦੀ ਸੁੱਖ ਦੇ ਲਈ, ਤੇ ਸੁਹਾਗਣ ਦਾ ਕਨਸੈਪਟ ਗੁਰੂ ਸਾਹਿਬ ਨੇ ਬਾਣੀ ਦੇ ਵਿੱਚ ਵੀ ਬੜਾ ਸੋਹਣਾ ਦਿੱਤਾ ਹੈ। ਇਹਦੇ ਬਾਰੇ ਤੁਸੀਂ ਸਾਡੇ ਦਰਸ਼ਕਾਂ ਨੂੰ ਥੋੜਾ ਜਿਹਾ ਜਾਣਨਾ ਪਾਓ।
ਸੁਹਾਗਣ ਦੇ ਕਨਸੈਪਟ ਤੇ ਜਾਣ ਤੋਂ ਪਹਿਲਾਂ ਮੈਂ ਦੱਸਣਾ ਚਾਹਾਂਗੀ ਕਿ ਸਿੱਖ ਧਰਮ ਦੇ ਵਿਚਕਾਰ ਇਸਤਰੀ ਦਾ, ਇੱਕ ਔਰਤ ਦਾ ਕੀ ਸਥਾਨ ਹੈ। ਹਾਂਜੀ ਕਿਉਂਕਿ ਦੇਖੋ, ਜਿਨ੍ਹਾਂ ਨੇ ਸਿੱਖ ਧਰਮ ਨੂੰ ਪੜ੍ਹਿਆ ਹੈ ਨਾ, ਫਿਰ ਉਹ ਸਾਫ਼ ਦੱਸਣਗੇ ਕਿ ਔਰਤ ਜਿਹੜੀ ਹੈ, ਇਸਤਰੀ ਜਿਹੜੀ ਹੈ, ਨਾ ਹੀ ਨਿਮਾਣੀ ਹੈ, ਨਾ ਹੀ ਨਿਤਾਣੀ ਹੈ, ਨਾ ਹੀ ਤਰਸਯੋਗ ਹੈ, ਤੇ ਨਾ ਹੀ ਉਹਦੀ ਸਥਿਤੀ ਕਦਰਹੀਨ ਹੈ। ਬਿਲਕੁਲ। ਸਿੱਖ ਇਤਿਹਾਸ ਨੂੰ ਪੜ੍ਹੀਏ, ਸਾਨੂੰ ਪਤਾ ਲੱਗਦਾ ਹੈ ਗੁਰੂ ਨਾਨਕ ਪਾਤਸ਼ਾਹ ਜੀ, ਹਾਂਜੀ ਉਹਨਾਂ ਨੇ ਇਸਤਰੀ ਨੂੰ ਕਿਤਨਾ ਵੱਡਾ ਮਾਣ ਬਖਸ਼ਿਆ, ਦਰਜਾ ਬਖਸ਼ਿਆ, ਕਿਤਨਾ ਉੱਚੀ, ਬਿਲਕੁਲ ਬਰਾਬਰ ਰੱਖਿਆ ਸਾਨੂੰ, ਬਿਲਕੁਲ। ਹਾਂਜੀ ਆਪਣੀ ਗੋਦ 'ਚ ਬਿਠਾਇਆ। ਤੇ ਕੀ ਆਖਦੇ ਨੇ, ਭੰਡ ਜੰਮੀ ਹੈ, ਭੰਡ ਨੰਮੀ ਹੈ, ਭੰਡ ਮੰਗਣ ਵਿਆਹ, ਭੰਡੋ ਹੋਵੇ ਦੋਸਤੀ, ਭੰਡੋ ਚੱਲੇ ਰਾਹ। ਭੰਡ ਮੂਆ ਭੰਡ ਪਾਲੀ ਹੈ, ਭੰਡ ਹੋਵੇ ਵਰਦਾਨ, ਸੋ ਕਿਉਂ ਮੰਦਾ ਆਖੀਐ, ਜਿਤ ਜਮੈ ਰਾਜਾ। ਕਹਿੰਦੇ ਤੁਸੀਂ ਰਾਜਿਆਂ ਨੂੰ ਤੇ ਨੇਹ ਕਲੰਕ ਆਖਦੇ ਹੋ, ਹਨਾ, ਤੇ ਉਹਨਾਂ ਨੂੰ ਜੰਮਣ ਵਾਲੀ, ਉਹਨਾਂ ਨੂੰ ਇਸ ਦੁਨੀਆ ਤੇ ਲਿਆਉਣ ਵਾਲੀ ਮਾੜੀ ਕਿਵੇਂ ਹੋ ਸਕਦੀ ਹੈ? ਬਿਲਕੁਲ। ਇੱਕ ਇਸਤਰੀ ਮਾੜੀ ਕਿਵੇਂ ਹੋ ਸਕਦੀ ਹੈ? ਓਵਰਆਲ ਅਗਰ ਕਹੀਏ, ਇੱਕ ਮਾਂ ਹੋਣ ਕਰਕੇ ਆਪਣੇ ਬੱਚਿਆਂ ਦਾ ਪਾਲਣ ਪੋਸ਼ਣ ਕਰਦੀ ਹੈ, ਭੈਣ ਬਣ ਕੇ ਪਿਆਰ ਬਖਸ਼ਦੀ ਹੈ, ਪਤਨੀ ਬਣ ਕੇ ਜੀਵਨ ਦੀ ਫੁਲਵਾੜੀ ਨੂੰ ਮਹਿਕਾਉਂਦੀ ਹੈ। ਤੁਸੀਂ ਦੱਸੋ ਆਪ ਹੀ ਕਿ ਉਹ ਇਸਤਰੀ ਕਿੱਦਾਂ ਨਿੰਦਣਯੋਗ ਹੈ ਜਾਂ ਕਿੱਦਾਂ ਮਾੜੀ ਹੈ? ਬਿਲਕੁਲ। ਹਾਂਜੀ। ਸੋ ਗੁਰੂ ਸਾਹਿਬ ਨੇ ਤਾਂ ਗੁਰਬਾਣੀ ਦੇ ਵਿੱਚ ਸਪਸ਼ਟ ਸ਼ਬਦਾਂ ਦੇ ਵਿੱਚ ਔਰਤ ਨੂੰ ਜਿਹੜਾ ਬਰਾਬਰੀ ਦਾ ਸਥਾਨ ਗੁਰੂ ਸਾਹਿਬ ਨੇ ਦਿੱਤਾ ਹੈ। ਇਵਨ ਕਿ ਇਤਿਹਾਸ ਵਿੱਚ ਵੀ ਜੇ ਆਪਾਂ ਝਾਤ ਮਾਰੀਏ ਤਾਂ ਮਹਾਰਾਜ ਨੇ ਕਿਹਾ ਵੀ ਜੇ ਦੇਖੋ, ਬਾਕੀ ਅਗਰ ਹੋਰ ਮਤਾਂ ਦੀ ਗੱਲ ਕਰੀਏ ਨਾ, ਸਾਡੇ ਕੋਲ ਅੱਜ ਵੀ ਸਬੂਤ ਹਾਜ਼ਰ ਨੇ। ਮੁਸਲਿਮ ਧਰਮ ਦੇ ਵਿੱਚ ਪੁਰਸ਼ ਮਸਜਿਦ ਵਿੱਚ ਜਾ ਸਕਦਾ, ਔਰਤ ਨਹੀਂ ਜਾ ਸਕਦੀ। ਸੰਗਤ ਜੀ, ਪੁਰਸ਼ ਜਾ ਸਕਦਾ ਮਸਜਿਦ ਦੇ ਵਿੱਚ, ਪਰ ਔਰਤ ਨੂੰ ਜਾਣ ਦਾ ਹੱਕ ਨਹੀਂ। ਤੇ ਹਿੰਦੂ ਧਰਮ ਦੀ ਜੇ ਗੱਲ ਕਰੀਏ, ਸਨਾਤਨ ਮਤ ਦੀ ਗੱਲ ਕਰੀਏ, ਤਾਂ ਪੁਰਸ਼ ਜਨੇਊ ਪਾ ਸਕਦਾ ਹੈ, ਪਰ ਔਰਤ ਜਨੇਊ ਨਹੀਂ ਪਾ ਸਕਦੀ। ਇਹ ਸਬੂਤ ਨੇ ਸਾਡੇ ਕੋਲ, ਅੱਜ ਵੀ ਮੌਜੂਦ ਨੇ, ਜਿਹੜੇ ਕਿ ਔਰਤ ਦੀ ਦਸ਼ਾ ਨੂੰ ਦਰਸਾਉਂਦੇ ਨੇ ਉਸ ਸਮੇਂ ਦੀ। ਸੋ ਗੁਰੂ ਸਾਹਿਬ ਨੇ ਸਾਡੇ ਤੇ ਬਖਸ਼ਿਸ਼ ਕੀਤੀ ਕਿ ਜੇ ਮੇਰਾ ਪੁੱਤ ਗੁਰਦੁਆਰੇ ਜਾਏਗਾ ਤਾਂ ਮੇਰੀ ਧੀ ਵੀ ਜਾ ਸਕਦੀ ਹੈ। ਜੇ ਮੇਰਾ ਪੁੱਤ ਕਿਰਪਾਨ ਪਾਏਗਾ, ਗਾਤਰਾ ਪਾਏਗਾ, ਮੇਰੀ ਧੀ ਵੀ ਪਾ ਸਕਦੀ ਹੈ। ਜੇ ਮੇਰਾ ਪੁੱਤ ਪਾਠ ਕਰੇਗਾ, ਮੇਰੀ ਧੀ ਵੀ ਕਰ ਸਕਦੀ ਹੈ। ਇੱਥੋਂ ਤੱਕ ਜੇ ਮੇਰਾ ਪੁੱਤ ਸਿਰ ਤੇ ਦਸਤਾਰ ਸਜਾਏਗਾ ਤੇ ਮੇਰੀ ਧੀ ਵੀ ਸਜਾ ਸਕਦੀ ਹੈ। ਤੇ ਉਹ ਗੁਰੂ ਕਲਗੀਧਰ ਪਿਤਾ ਦੀ ਧੀ ਸਾਡੇ ਨਾਲ ਅੱਜ ਬੈਠੀ ਹੈ। ਦੇਖੋ, ਦਸਤਾਰ ਸਜਾਈ, ਗੁਰੂ ਸਾਹਿਬ ਨੇ ਬਾਣਾ ਕਿੰਨਾ ਸੋਹਣਾ ਬਖਸ਼ਿਸ਼ ਕੀਤਾ। ਇਹ ਔਰਤ ਦੀ ਆਜ਼ਾਦੀ ਦੀ ਨਿਸ਼ਾਨੀ ਹੈ ਜੋ ਗੁਰੂ ਸਾਹਿਬ ਨੇ ਸਾਨੂੰ ਦਿੱਤੀ ਹੈ। ਸੋ ਭੈਣ ਜੀ, ਇਹ ਤਾਂ ਗੱਲ ਹੋ ਗਈ ਔਰਤ ਦੀ ਦਸ਼ਾ ਬਾਰੇ। ਸਾਨੂੰ ਦੇਖੋ ਕਿਤਨਾ ਮਾਣ ਬਖਸ਼ਿਆ ਹੈ ਗੁਰੂ ਸਾਹਿਬ ਨੇ। ਬਿਲਕੁਲ। ਹਾਂਜੀ। ਕਿਤੇ ਵੀ ਸਾਨੂੰ ਪਿੱਛੇ ਨਹੀਂ ਰੱਖਿਆ, ਪਿੱਛੇ ਨਹੀਂ ਛੱਡਿਆ। ਬਿਲਕੁਲ। ਜਦ ਕਿ ਹੋਰ ਧਰਮਾਂ ਦੀ ਗੱਲ ਕਰੀਏ, ਮਹਾਤਮਾ ਬੁੱਧ ਕਹਿੰਦਾ ਹੈ ਕਿ ਇਹ ਜਿਹੜਾ ਮੇਰਾ ਧਰਮ ਹੈ, ਇਹ ਇਸਤਰੀਆਂ ਵਾਸਤੇ ਹੈ ਹੀ ਨਹੀਂ। ਓਕੇ। ਔਰ ਆਪਣੇ ਚੇਲਿਆਂ ਨੂੰ ਇੱਥੋਂ ਤੱਕ ਆਖਦਾ ਹੈ ਕਿ ਜੇਕਰ ਇਸਤਰੀ ਤੁਹਾਨੂੰ ਮਿਲ ਜਾਵੇ, ਉਹਦਾ ਪਰਛਾਵਾਂ ਤੱਕ ਆਪਣੇ ਉੱਤੇ ਨਾ ਪੈਣ ਦਿਓ। ਜਿਵੇਂ ਤੁਸੀਂ ਕਿਹਾ ਕਿ ਮੱਕੇ ਵਿੱਚ ਅੱਜ ਵੀ ਇਸਤਰੀਆਂ ਨੂੰ ਜਾਣ ਦੀ ਇਜਾਜ਼ਤ ਨਹੀਂ ਹੈ। ਬਿਲਕੁਲ। ਜਨੇਊ ਜਿਹੜਾ ਹੈ ਉਹ ਇਸਤਰੀ ਨਹੀਂ ਪਾ ਸਕਦੀ, ਪਰ ਗੁਰੂ ਸਾਹਿਬ ਨੇ ਸਾਨੂੰ ਇਹ ਸ਼ਸਤਰ ਪਵਾਏ, ਸਵੈ ਚੇਤਨ ਕੀਤਾ ਸਾਨੂੰ, ਹਨਾ। ਬਿਲਕੁਲ। ਸੋ ਇਹ ਤਾਂ ਹੋ ਗਈ ਜਿਹੜੀ ਦਸ਼ਾ ਦੀ ਗੱਲ ਸੀ। ਗੁਰੂ ਸਾਹਿਬ ਨੇ ਬਰਾਬਰੀ ਦਿੱਤੀ ਪੂਰਨ ਤੌਰ ਤੇ। ਮੈਂ ਸਵਾਲ ਕੀਤਾ ਸੀ ਸੁਹਾਗਣ ਬਾਰੇ, ਕਿਉਂਕਿ ਸੁਹਾਗਣਾ ਦਾ ਦਿਨ ਹੈ, ਕਰਵਾ ਚੌਥ ਸਾਰੀਆਂ ਸੁਹਾਗਣਾ ਰੱਖਦੀਆਂ, ਤੇ ਗੁਰਬਾਣੀ ਦੇ ਵਿੱਚ ਸੁਹਾਗਣ ਨੂੰ ਗੁਰੂ ਸਾਹਿਬ ਨੇ ਕੀ ਉਪਦੇਸ਼ ਦਿੱਤਾ ਜੀ? ਇਹਦੇ ਬਾਰੇ ਥੋੜਾ ਜਾਣਨਾ। ਗੁਰਬਾਣੀ ਅਨੁਸਾਰ ਗੁਰੂ ਸਾਹਿਬ ਪਹਿਲਾਂ ਤੇ ਸਾਨੂੰ ਇਹ ਸਮਝਾਉਣਾ ਕਰਦੇ ਨੇ, ਜਿੱਥੇ ਮੈਂ ਗੱਲ ਕੀਤੀ ਕਿ ਇਸਤਰੀ ਔਰ ਮਰਦ ਦੀ ਜਿਹੜੀ ਵਰਨ ਵੰਡ ਹੈ, ਗੁਰੂ ਸਾਹਿਬ ਨੇ ਉਹ ਵੀ ਖਤਮ ਕਰ ਦਿੱਤੀ। ਜਿੱਥੇ ਆਖਦੇ ਨੇ ਕਿ ਠਾकुर एक सबाई नार। बिल्कुल। इस युग में पुरख एक है और सगली नार सबाई। सो गुरु साहब ने इस वितकरे ਨੂੰ ਹੀ ਖਤਮ ਕਰ ਦਿੱਤਾ ਹੈ। ਤੇ ਜਿੱਥੇ ਗੱਲ ਆਉਂਦੀ ਹੈ ਸੁਹਾਗਣ ਦੀ, ਸੁਹਾਗਣ ਤੋਂ ਭਾਵ ਉਹ ਇਸਤਰੀ ਜਿਹੜੀ ਆਪਣੇ ਪਤੀ ਨੂੰ ਚੰਗੀ ਲੱਗ ਰਹੀ ਹੈ। ਬਿਲਕੁਲ। ਇੱਕ ਗੁਣਾ ਦੀ ਧਾਰਨੀ, ਚੰਗੇ ਸੁਭਾਅ ਵਾਲੀ, ਮਿੱਠਾ ਬੋਲਣ ਵਾਲੀ। ਔਰ ਤੁਸੀਂ ਦੇਖੋ, ਜਿੱਥੇ ਗੱਲ ਆਉਂਦੀ ਹੈ ਪਰਮਾਤਮਾ ਨੂੰ ਪਾਣ ਦੀ, ਉੱਥੇ ਵੀ ਮੇਰੇ ਸਾਹਿਬ ਜੀ ਕਹਿੰਦੇ ਨੇ ਕਿ ਤੁਸੀਂ ਸੁਹਾਗਣ ਬਣ ਕੇ, ਚੰਗੇ ਗੁਣਾਂ ਦੇ ਧਾਰਨੀ ਬਣ ਕੇ, ਚੱਜ ਆਚਾਰ ਵਾਲੇ ਬਣ ਕੇ, ਭਾਵ ਇਸਤਰੀ ਵਾਲੇ ਗੁਣ ਸਾਡੇ ਅੰਦਰ ਹੋਣ ਤੇ ਅਸੀਂ ਪਰਮਾਤਮਾ ਨੂੰ ਪਾ ਸਕਦੇ ਹਾਂ। ਉੱਥੇ ਕੀ ਆਖਦੇ ਨੇ, ਨਿਵਨ ਸੁਅੱਖਰ ਖਾਣ ਗੁਣ ਜਿਹਬਾ ਮਣੀਆਂ ਮੰਤ, ਇਹ ਤ੍ਰੈ ਪੈਣੇ ਵੇਸ ਕਰ ਤਾਂ ਬਸ ਆਵੀ ਕੰਦ। ਸੋ ਇਹ ਸੁਹਾਗਣ ਦੀ ਡੈਫੀਨੇਸ਼ਨ ਹੈ ਕਿ ਨਿਮਰਤਾ, ਮਿੱਠਾ ਬੋਲਣਾ, ਹਲੀਮੀ ਸੁਭਾਅ, ਇਹ ਚੰਗੇ ਗੁਣ ਜਿਹੜੇ ਨੇ ਇੱਕ ਸੁਹਾਗਣ ਦੇ ਲਖਾਏ ਨੇ। ਬਿਲਕੁਲ, ਗੁਰਬਾਣੀ ਚ ਗੁਰੂ ਸਾਹਿਬ ਨੇ ਸਪਸ਼ਟ ਲਫ਼ਜ਼ਾਂ ਦੇ ਵਿੱਚ ਕਹਿਤਾ। ਬਾਕੀ ਜਦੋਂ ਅੱਜ ਆਪਾਂ ਦੇਖਦੇ ਹਾਂ ਤਾਂ ਕਈ ਵਾਰੀ ਇਹ ਵੀ ਦੇਖਣ ਨੂੰ ਮਿਲਦਾ ਵੀ
ਪਤਨੀ ਕਹਿ ਦਿੰਦੀ ਵੀ ਸਿਆਪਾ ਤੇਰਾ ਹੀ ਕਰ ਰਹੀ ਹਾਂ ਮੈਂ ਭੁੱਖਾ ਰਹਿ ਕੇ, ਹਨਾ। ਤੇ ਇਹੋ ਜਿਹੇ ਕਾਰਨ ਦੇਖੋ 365 ਦਿਨ ਹੁੰਦੇ ਨੇ ਸਾਲ ਦੇ ਵਿੱਚ, ਤੇ 364 ਦਿਨ ਤਾਂ ਲੜਾਈ ਝਗੜਾ ਹੀ ਚੱਲਦਾ ਰਹਿੰਦਾ। ਇੱਕ ਸੱਜਣ ਮੇਰਾ ਮਜ਼ਾਕ ਕਰਦਾ ਹੁੰਦਾ ਮਿੱਤਰ, ਕਹਿੰਦਾ ਸਾਡਾ ਘਰ ਤਾਂ ਨਾ ਅੱਜ ਕੱਲ ਜੰਮੂ ਕਸ਼ਮੀਰ ਵਰਗਾ। ਮੈਂ ਕਿਹਾ ਕਿਉਂ? ਕਹਿੰਦਾ ਕੋਈ ਪਤਾ ਨਹੀਂ ਕਦੋਂ ਲੜਾਈ ਲੱਗ ਜਾਏ। ਸੋ ਇਹ ਸਾਡੇ ਜੀਵਨ ਦਾ ਇੱਕ ਸਿਸਟਮ ਬਣ ਚੁੱਕਿਆ, ਤੇ ਬੱਦਾ ਚੱਟੀ ਜਿਵੇਂ ਤੁਸੀਂ ਕਹਿ ਰਹੇ ਹੋ ਵੀ ਉਦਾਂ ਤਾਂ ਹਰ ਟਾਈਮ ਲੜਦੇ ਰਹਿਣਾ ਹੈ ਨਾ, ਇੱਕ ਦੂਜੇ ਦਾ ਸਤਿਕਾਰ ਨਹੀਂ ਕਰਨਾ। ਇਸ ਸਾਲ 'ਚ ਇੱਕ ਦਿਨ ਅਸੀਂ ਪੂਜਾ ਕਰਨ ਬੈਠ ਜਾਣਾ ਪਤੀ ਦੀ। ਸੋ ਉਹ ਗੁਰੂ ਸਾਹਿਬ ਨੇ ਜਿਹੜਾ ਸਾਨੂੰ ਸਮਝਾਇਆ ਵੀ ਉਦਾਂ ਸੁਭਾਅ ਜਿਹੜਾ ਹੋਣਾ ਚਾਹੀਦਾ ਹੈ ਨਾ। ਹਾਂਜੀ, ਇਹ ਲੰਮੀ ਉਮਰ ਦੇ ਲਈ ਭੈਣ ਜੀ ਇਹ ਵਰਤ ਰੱਖਿਆ ਜਾਂਦਾ ਹੈ ਨਾ, ਵੀ ਇਹਦੇ 'ਚ ਜਿਹੜੀ ਇੱਛਾ ਹੁੰਦੀ ਹੈ ਔਰਤ ਦੀ ਵੀ ਮੇਰੇ ਪਤੀ ਦੀ ਉਮਰ ਲੰਮੀ ਹੋਵੇ, ਵੀ ਏਦਾਂ ਭੁੱਖੇ ਰਹਿਣ ਦੇ ਨਾਲ ਉਮਰ ਵੱਧ ਸਕਦੀ ਹੈ। ਇਹਦੀ ਗੁਰਬਾਣੀ ਦਾ ਕੀ ਕਨਸੈਪਟ ਹੈ ਇਹਦੇ ਉੱਤੇ? ਅੱਜ ਦੇਖੋ ਅਸੀਂ ਕਿੰਨੇ ਮਾਡਰਨਾਈਜ਼ਡ ਹੋ ਗਏ ਹਾਂ ਨਾ, ਕਿੰਨੇ ਅੱਗੇ ਲੰਘ ਗਏ ਹਾਂ, ਪੁਲਾੜ ਦੀ ਸਹਾਇਤਾ ਕਰ ਰਹੇ ਹਾਂ, ਇਵਨ ਕੰਪਿਊਟਰ ਸਾਡੀ ਜੇਬ ਵਿੱਚ ਹੈ ਅੱਜ। ਬਿਲਕੁਲ ਟੈਕਨੋਲੋਜੀ, ਮਸ਼ੀਨਰੀ, ਅਸੀਂ ਇਸ ਹੱਦ ਤੱਕ ਡਿਵੈਲਪ ਹੋ ਚੁੱਕੇ ਹਾਂ। ਪਰ ਫਿਰ ਵੀ ਅਸੀਂ ਇੱਕ ਪਾਸੇ ਅਗਰ ਇਸ ਵਿਚਾਰ ਨੂੰ ਲਈਏ ਤੇ ਕਿੰਨੀ ਹਾਸੋਹੀਣੀ ਜਿਹੀ ਗੱਲ ਹੋ ਜਾਂਦੀ ਹੈ। ਬਿਲਕੁਲ ਹਾਂਜੀ, ਕਿ ਭੁੱਖਾ ਰਹਿਣ ਨਾਲ ਵਰਤ ਰੱਖੀਏ ਹਨਾ, ਮਨ ਹਟ ਕਰੀਏ, ਇਸ ਸਰੀਰ ਨੂੰ ਦੁੱਖ ਦਈਏ ਤੇ ਉਹਦੇ ਨਾਲ ਉਮਰ ਕਿਹਦੀ ਵੱਧ ਰਹੀ ਹੈ? ਕਿਸੇ ਸੈਕਿੰਡ ਪਰਸਨ ਦੀ, ਹਨਾ। ਵਰਤ ਅਸੀਂ ਰੱਖ ਰਹੇ ਹਾਂ ਤੇ ਉਮਰ ਦੂਜੇ ਦੀ ਵੱਧ ਰਹੀ ਹੈ। ਕਿੰਨੀ ਹਾਸੋਹੀਣੀ ਗੱਲ ਹੈ। ਬਿਲਕੁਲ ਵੀ ਸਾਇੰਟੀਫਿਕਲੀ ਦੇਖੀਏ ਇਹ ਪੋਸੀਬਲ ਹੀ ਨਹੀਂ ਹੈ। ਅਸੀਂ ਕੁਦਰਤ ਦੇ ਵਿਧਾਨ ਨੂੰ ਚੈਲੰਜ ਕਰ ਰਹੇ ਹਾਂ। ਬਿਲਕੁਲ ਹਾਂਜੀ। ਫਿਰ ਤੇ ਕੋਈ ਵੀ ਕਹੇਗਾ ਹਨਾ, ਕਿਸੇ ਦੀ ਉਮਰ ਪੂਰੀ ਹੋ ਗਈ ਹੈ, ਮਰਨ ਕੰਢੇ ਪਿਆ ਹੈ ਬੰਦਾ, ਤੇ ਉਹਦੇ ਲਈ ਵਰਤ ਰੱਖੋ, ਭੁੱਖੇ ਰਹੋ ਤੇ ਉਹਦੀ ਉਮਰ ਵਧਾ ਲਾਂਗੇ। ਬਿਲਕੁਲ। ਔਰ ਅਗਰ ਭੁੱਖੇ ਰਹਿਣ ਨਾਲ ਉਮਰਾਂ ਵੱਧਦੀਆਂ ਹੁੰਦੀਆਂ ਤੇ ਹਿੰਦੁਸਤਾਨ ਵਿੱਚ ਅੱਜ ਨਹੀਂ ਕਦੋਂ ਦਾ ਵਰਤ ਰੱਖਿਆ ਜਾ ਰਿਹਾ ਨਾ। ਬਿਲਕੁਲ ਹਾਂਜੀ। ਤੇ ਇੱਥੋਂ ਦੇ ਬੰਦੇ ਤੇ ਮਰਦੇ ਹੀ ਨਾ। ਔਰ ਉਮਰ ਕਿੰਨੀ ਹੁੰਦੀ? 200, 400, 500, ਹੋਰ ਪਤਾ ਨਹੀਂ ਫਿਰ ਕਿੰਨੇ ਹੀ ਸਾਲ ਸਾਡੀ ਉਮਰ ਹੁੰਦੀ। ਚਲੋ ਇੱਧਰ ਦੇਖ ਲਈਏ ਤੇ ਬੀਬੀਆਂ ਵਾਸਤੇ ਤੇ ਕਿਸੇ ਨੇ ਵਰਤ ਰੱਖਿਆ ਹੀ ਨਹੀਂ, ਉਹ ਤੇ ਐਗਜ਼ਿਸਟ ਹੀ ਨਾ ਕਰਦੀਆਂ ਫਿਰ ਇਸ ਦੁਨੀਆ ਤੇ। ਉਹਨਾਂ ਦਾ ਜੰਮਣਾ ਤੇ ਚਲੋ ਹੈ ਵੀ, ਅੱਗੋਂ ਉਹਨਾਂ ਦੀ ਉਮਰ ਹੀ ਨਾ ਹੁੰਦੀ, ਉਹ ਜ਼ਿੰਦਗੀ ਜੀ ਹੀ ਨਾ ਸਕਦੀਆਂ ਅਗਰ ਏਦਾਂ ਦੀ ਗੱਲ ਹੁੰਦੀ। ਹੁਣ ਏਦਾਂ ਹੀ ਅਗਰ ਉਮਰ ਵਧਣ ਦੀ ਗੱਲ ਹੈ ਤੇ ਫੌਰਨ ਵੱਲ ਝਾਤੀ ਮਾਰੀਏ। ਆਪਾਂ ਸਾਰਿਆਂ ਨੇ ਫੌਰਨ ਜਾ ਕੇ ਉੱਥੋਂ ਦਾ ਸੱਭਿਆਚਾਰ ਵੇਖਿਆ ਹੈ, ਸਾਰੀਆਂ ਚੀਜ਼ਾਂ ਦੇਖੀਆਂ ਪਰਖੀਆਂ ਨੇ। ਉੱਥੇ ਤੇ ਏਦਾਂ ਦੇ ਕੋਈ ਰਿਚੁਅਲ ਨਹੀਂ ਆ। ਬਿਲਕੁਲ ਹਾਂਜੀ। ਗੋਰੀਆਂ ਆਪਣੇ ਪਤੀਆਂ ਲਈ ਵਰਤ ਨਹੀਂ ਰੱਖਦੀਆਂ, ਫਿਰ ਉਹ ਤੇ ਛੇਤੀ ਮਰ ਜਾਇਆ ਕਰਨਗੇ। ਬਿਲਕੁਲ ਹਾਂਜੀ। ਸੋ ਬਾਕੀ ਦੇਖੋ ਗੁਰਬਾਣੀ ਵਿੱਚ ਵੀ ਗੁਰੂ ਸਾਹਿਬ ਸਾਨੂੰ ਸਮਝਾ ਰਹੇ ਆ ਕਿ ਇਹ ਜਿਹੜੀ ਮੌਤ ਹੈ ਸਰਟਨ ਹੈ। ਸਾਡਾ ਜਨਮ ਜਦੋਂ ਹੋਇਆ, ਕਨਸੈਪਸ਼ਨ ਜਦੋਂ ਹੋਈ, ਉਹ ਡੇਟ ਸਾਨੂੰ ਪਤਾ ਹੈ। ਸਾਡਾ ਬਰਥ ਜਦੋਂ ਹੋਇਆ ਇਸ ਦੁਨੀਆ ਵਿੱਚ, ਉਹ ਵੀ ਸਾਨੂੰ ਪਤਾ ਹੈ। ਪਰ ਮੌਤ ਕਦੋਂ ਆਉਣੀ ਹੈ ਇਹ ਸਾਨੂੰ ਨਹੀਂ ਪਤਾ। ਗੁਰੂ ਸਾਹਿਬ ਸਾਨੂੰ ਬਾਰ-ਬਾਰ ਸਮਝਾਉਂਦੇ ਨੇ ਹਨਾ, ਮਰਨ ਲਿਖਾਏ ਮੰਡਲ ਮੇਂ ਆਏ। ਹੁਣ ਚਲੋ ਅੱਛੀ ਗੱਲ ਹੀ ਹੈ ਨਾ, ਸਾਨੂੰ ਨਹੀਂ ਪਤਾ ਕਿ ਅਸੀਂ ਕਦੋਂ ਮਰਨਾ ਹੈ। ਜੇਕਰ ਕਿਤੇ ਬੰਦੇ ਨੂੰ ਇਹ ਵੀ ਪਤਾ ਹੁੰਦਾ ਵੀ ਮੈਂ ਇਹ ਵਾਲੇ ਸਾਲ ਇੰਨੀ ਤਰੀਕ ਨੂੰ ਮਰਨਾ ਹੈ ਤੇ ਬੰਦਾ ਆਪਣੀ ਜ਼ਿੰਦਗੀ ਜਿਉਣਾ ਛੱਡ ਦਿੰਦਾ। ਜੇ ਕਿਤੇ ਸਾਨੂੰ ਪਤਾ ਲੱਗ ਜਾਏ ਅਸੀਂ ਅਗਲੇ ਦਿਨ ਮਰਨਾ ਹੈ, ਅਸੀਂ ਤੇ ਉਹਦੇ ਵਿਚਕਾਰ ਜਿੰਨਾ ਸਮਾਂ ਹੋਏਗਾ ਪਤੀ ਰੁਕ ਜਾਏਗੀ ਤਾਂ ਨਹੀਂ। ਤੇ ਇਸੇ ਲਈ ਗੁਰੂ ਸਾਹਿਬ ਨੇ ਸਾਡੇ ਤੋਂ ਇਹ ਚੀਜ਼ ਹਾਈਡ ਰੱਖੀ, ਸਾਨੂੰ ਨਹੀਂ ਦੱਸੀ। ਤੇ ਸਿੱਖੀ ਦਾ ਜੋ ਸਿਧਾਂਤ ਹੈ ਉਹ ਤੇ ਇਹੀ ਹੈ ਨਾ ਕਿ ਪਹਿਲਾ ਮਰਨ ਕਬੂਲ, ਜੀਵਨ ਕੀ ਛੱਡ ਆਸ। ਬਿਲਕੁਲ। ਮੌਤ ਨੂੰ ਬੜਾ ਹੀ ਪਿਆਰਾ ਵਿਸ਼ਾ, ਕੋਈ ਡਰਨ ਦਾ, ਕੋਈ ਘਬਰਾਉਣ ਦਾ ਵਿਸ਼ਾ ਨਹੀਂ ਹੈ ਕਿ ਅਸੀਂ ਤੁਰ ਜਾਣਾ ਹੈ। ਆਏ ਹਾਂ ਆਬਵੀਅਸ ਹੈ, ਜਾਣਾ ਤੇ ਹੈ ਹੀ ਹੈ। ਬਿਲਕੁਲ। ਸੋ ਭਗਤ ਕਬੀਰ ਜੀ ਕੀ ਕਹਿੰਦੇ ਨੇ? ਜਿਸ ਮਰਨੇ ਤੇ ਜਗ ਡਰੈ ਮੇਰੇ ਮਨ ਆਨੰਦ, ਮਰਨੇ ਹੀ ਤੇ ਪਾਈਏ ਪੂਰਨ ਪਰਮਾਨੰਦ। ਸੋ ਇਹ ਟੋਟਲੀ ਬੇਬੁਨਿਆਦ ਗੱਲਾਂ ਹਨ ਕਿ ਉਮਰ ਵੱਧ ਜਾਏਗੀ। ਐਸਾ ਉਹ ਵੀ ਜਾਣਦੇ ਨੇ, ਜਿਹੜੇ ਵਰਤ ਰੱਖ ਰਹੇ ਨੇ ਉਹ ਵੀ ਜਾਣਦੇ ਨੇ, ਪਰ ਇੱਕ ਭੇਡ ਚਾਲ, ਇੱਕ ਦੌੜ ਲੱਗੀ ਹੋਈ ਹੈ। ਬਿਲਕੁਲ ਹਾਂਜੀ। ਤੇ ਕਰੀ ਜਾ ਰਹੇ ਨੇ। ਬਿਲਕੁਲ ਜੀ। ਮਾਰੇ ਕਹਿੰਦਾ ਦੇਖਾ ਦੇਖੀ ਸਭ ਕਰੇ ਮਨ ਮੁਖ ਬੋਧ ਵਿਚਾਰ। ਕੋਈ ਸਮਝਦਾ ਨਹੀਂ, ਇਸ ਨੂੰ ਸਮਝਣ ਦਾ ਯਤਨ ਨਹੀਂ ਕਰਦਾ, ਬਸ ਦੇਖਾ ਦੇਖੀ ਦੁਨੀਆ ਕਰੀ ਜਾ ਰਹੀ। ਸੋ ਇੱਥੇ ਮੈਂ ਭੈਣ ਜੀ ਇਹ ਵੀ ਜਾਣਨਾ ਚਾਹਾਂਗਾ ਵੀ ਸਾਡੇ ਸਿੱਖ ਪਰਿਵਾਰਾਂ ਦੇ ਵਿੱਚ ਜਿਹੜੀਆਂ ਸਾਡੀਆਂ ਸਿੱਖ ਭੈਣਾਂ ਇਸ ਕਰਮ ਕਾਂਡ ਦੇ ਵਿੱਚ ਫਸੀਆਂ ਹੋਈਆਂ ਨੇ, ਉਹਨਾਂ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ? ਇਵਨ ਕਿ ਮੈਨੂੰ ਆਪਣੇ ਜੀਵਨ ਦੇ ਵਿੱਚ 5-7 ਬੀਬੀਆਂ ਐਸੀਆਂ ਮਿਲੀਆਂ ਨੇ ਜਿਹੜੀਆਂ ਕਿ ਹਿੰਦੂ ਧਰਮ ਨਾਲ ਸੰਬੰਧ ਰੱਖਦੀਆਂ ਨੇ, ਤੇ ਉਹਨਾਂ ਨੇ ਠੋਕ ਵਜਾ ਕੇ ਕਿਹਾ ਵੀ ਅਸੀਂ ਨਹੀਂ ਵਰਤ ਰੱਖਦੀਆਂ, ਵੀ ਅਸੀਂ ਤਾਂ ਬਸ ਸਮਝ ਗਏ ਸੱਚਾਈ ਕੀ ਹੈ, ਵੀ ਅਸੀਂ ਵਰਤ ਨਹੀਂ ਰੱਖਦੀਆਂ। ਪਰ ਸਾਡੀਆਂ ਸਿੱਖ ਭੈਣਾਂ ਨੇ, ਜਿਹੜੀਆਂ ਸਿੱਖ ਬੀਬੀਆਂ ਨੇ, ਉਹ ਇਸ ਕਰਮ ਕਾਂਡ ਵਿੱਚ ਬਹੁਤ ਫਸੀਆਂ ਹੋਈਆਂ।
ਇਸ ਦਿਨ ਤੁਸੀਂ ਦੇਖ ਲਿਓ ਬਹੁਤ ਸਾਰੇ ਸਿੱਖ ਪਰਿਵਾਰਾਂ ਦੀਆਂ ਭੈਣਾਂ ਵੀ ਤਿਆਰ ਸ਼ਿਆਰ ਹੋ ਕੇ ਤੇ ਉਹ ਥਾਲੀ ਫਰੂਟ ਦੀ ਲੈ ਕੇ ਤੇ ਗੁਰਦੁਆਰਿਆਂ 'ਚ ਜਾਂਦੀਆਂ ਨਜ਼ਰ ਆਉਂਦੀਆਂ ਨੇ। ਸੋ ਇਹਦੇ ਬਾਰੇ ਕੀ ਕਹਿਣਾ ਚਾਹੋਗੇ? ਵੀਰ ਜੀ, ਗੱਲ ਤੇ ਉਹੀ ਆ ਗਈ ਨਾ ਕਿ ਸਾਡੇ ਕੋਲ ਗੁਰੂ ਸਾਹਿਬਾਂ ਦਾ ਅਮੋਲਕ ਖਜ਼ਾਨਾ ਸਾਡੀ ਝੋਲੀ 'ਚ ਪਿਆ ਹੈ। ਬਿਲਕੁਲ। ਗੁਰੂ ਦੇ ਜਿਹੜੇ ਅਰਥ ਨੇ ਉਹ ਇਹੀ ਹਨ ਨਾ ਕਿ ਗੂ ਭਾਵ ਹਨੇਰਾ ਤੇ ਰੂਹ ਭਾਵ ਰੋਸ਼ਨੀ। ਭਾਵ ਅਜਿਹੀ ਸ਼ੈ ਜਿਹੜੀ ਸਾਨੂੰ ਹਨੇਰੇ 'ਚੋਂ ਕੱਢ ਕੇ ਰੋਸ਼ਨੀ ਵੱਲ ਲੈ ਆਵੇ। ਤੇ ਗੁਰੂ ਸਾਹਿਬ ਨੇ ਇਹ ਕਿਰਪਾ ਸਾਡੇ ਤੇ ਕੀਤੀ ਹੈ, ਪਰ ਅਸੀਂ ਉਸ ਕਿਰਪਾ ਦਾ ਫਾਇਦਾ ਹੀ ਨਹੀਂ ਚੁੱਕ ਸਕੇ। ਬਾਰ-ਬਾਰ ਸਾਨੂੰ ਗੁਰਬਾਣੀ ਵਿੱਚ ਸਮਝਾ ਰਹੇ ਹਨ ਭਗਤ ਕਬੀਰ ਜੀ ਦਾ ਇਹ ਵਚਨ ਕਿ ਛੋੜੈ ਅੰਨ ਕਰੈ ਪਖੰਡ, ਨਾ ਸੁਹਾਗਣ ਨਾ ਉਹ ਰੰਡ। ਹੁਣ ਸਿੱਧਾ ਕਹਿ ਰਹੇ ਨੇ, ਸਪਸ਼ਟ ਕਲੀਅਰ ਕਰ ਦਿੱਤਾ ਕਿ ਤੁਸੀਂ ਅੰਨ ਛੋੜ ਕੇ ਇੱਕ ਪਖੰਡ ਕਰ ਰਹੇ ਹੋ। ਹੁਣ ਜੋ ਸਿੱਖ ਧਰਮ ਹੈ ਉਹ ਕਿਸੇ ਹੋਰ ਧਰਮ ਦੇ ਖਿਲਾਫ ਨਹੀਂ ਹੈ। ਬਿਲਕੁਲ। ਗੁਰੂ ਸਾਹਿਬ ਨੇ ਬਸ ਸਾਨੂੰ ਇਤਨਾ ਸਮਝਾਇਆ ਹੈ ਕਿ ਦੇਖੋ, ਜਿੱਥੇ ਪਖੰਡ ਹੈ, ਜਿੱਥੇ ਦਿਖਾਵਾ ਹੈ, ਜਿੱਥੇ ਬਣਾਵਟ ਹੈ, ਉਹਦਾ ਵਿਰੋਧ ਕੀਤਾ ਹੈ। ਕਿਸੇ ਧਰਮ ਦਾ ਵਿਰੋਧ ਗੁਰੂ ਸਾਹਿਬ ਨੇ ਨਹੀਂ ਕੀਤਾ। ਬਿਲਕੁਲ। ਹਾਂਜੀ, ਨਾਲੇ ਭਗਤ ਕਬੀਰ ਸਾਹਿਬ ਦਾ ਸ਼ਬਦ ਹੈ ਜੀ, ਤੇ ਸਿੱਖੀ ਦੀ ਨਹੀਂ ਗੁਰੂ ਨਾਨਕ ਸਾਹਿਬ ਰੱਖਦੇ ਨੇ ਨਾ। ਤੇ ਗੁਰੂ ਸਾਹਿਬ ਤੋਂ ਬਹੁਤ ਸਮਾਂ ਪਹਿਲਾਂ ਭਗਤ ਕਬੀਰ ਸਾਹਿਬ ਹੋਏ ਨੇ, ਤੇ ਉਸ ਸਮੇਂ ਕੋਈ ਸਿੱਖੀ ਦੀ, ਕੋਈ ਸਿੱਖ ਧਰਮ ਦੀ ਕੋਈ ਗੱਲਬਾਤ ਨਹੀਂ ਸੀ। ਇਹ ਤਾਂ ਭਗਤ ਕਬੀਰ ਸਾਹਿਬ ਦਾ ਸ਼ਬਦ ਹੈ ਜਿਹੜਾ ਕਿ ਉਹਨਾਂ ਨੇ ਇਨਕਲਾਬੀ ਸ਼ਬਦ ਉਸ ਸਮੇਂ ਜਦੋਂ ਕਿ ਬੋਲ ਵਾਲਾ ਸੀ ਇਸ ਚੀਜ਼ ਦਾ, ਉਦੋਂ ਉਚਾਰਨ ਕੀਤਾ ਵੀ ਛੋੜੈ ਅੰਨ ਕਰੇ ਪਖੰਡ, ਨਾ ਸੁਹਾਗਣ ਨਾ ਹੋ ਰੰਡ। ਇਸ ਫਰਮਾਨ ਤੇ ਕਾਫੀ ਬੀਬੀਆਂ ਗੁੱਸੇ ਚ ਆ ਜਾਂਦੀਆਂ ਨੇ, ਬਿਲਕੁਲ ਖਿਜ ਜਾਂਦੀਆਂ ਨੇ ਹਨਾ ਕਿ ਸਾਨੂੰ ਕੀ ਆਖਿਆ ਜਾ ਰਿਹਾ ਹੈ। ਹੁਣ ਇਹ ਕੋਈ ਬੰਦਾ ਨਹੀਂ ਆਖ ਰਿਹਾ, ਗੁਰੂ ਸਾਹਿਬ ਜੀ ਦੀ ਬਾਣੀ ਵਿੱਚ ਇਹ ਉਪਦੇਸ਼ ਹੈ। ਬਿਲਕੁਲ। ਗੁਰੂ ਸਾਹਿਬ ਆਖ ਰਹੇ ਨੇ ਕਿਉਂਕਿ ਦੇਖੋ ਅਸੀਂ ਵਾਹਿਗੁਰੂ ਪਿਤਾ ਜੀ ਦਾ ਪਿਆਰ ਹਾਸਲ ਕਰ ਨਹੀਂ ਸਕੇ। ਬਿਲਕੁਲ। ਇਸ ਲਈ ਸੁਹਾਗਣ ਅਸੀਂ ਨਹੀਂ ਆ, ਤੇ ਰੰਡ ਇਸ ਲਈ ਆ ਕਿਉਂਕਿ ਗੁਰੂ ਪਾਤਸ਼ਾਹ ਜੀ ਸਾਡੇ ਸਿਰ ਤੇ ਨਹੀਂ ਹਨ, ਉਹਨਾਂ ਨੇ ਸਾਨੂੰ ਛੱਡ ਦਿੱਤਾ ਹੈ, ਇੱਕ ਛੋੜੀ ਹੋਈ ਇਸਤਰੀ ਜਿਹੜੀ ਹੈ। ਤੇ ਅੱਗੇ ਚੱਲ ਕੇ ਇਹ ਵੀ ਸਮਝਾਉਂਦੇ ਨੇ ਕਿ ਕਬੀਰ ਹਰ ਕਾ ਸਿਮਰਨ ਛੱਡ ਕੇ ਉਹੀ ਰੱਖੇ ਨਾਲ, ਗਦਹੀ ਹੋਏ ਕੇ ਉਤਰੈ ਭਾਰ ਸਹਿ ਮਨ ਚਾਰ। ਹੁਣ ਇੱਥੇ ਵੀ ਸਾਨੂੰ ਫਿਰ ਸਮਝਾ ਰਹੇ ਨੇ ਕਿ ਅਸੀਂ ਆਪਣੇ ਉੱਤੇ ਭਾਰ ਲੱਦੇ ਹੋਏ। ਬਿਲਕੁਲ। ਹੁਣ ਇੱਥੇ ਇਹ ਨਹੀਂ ਹੈ ਕਿ ਅਗਲੇ ਜਨਮ 'ਚ ਜਿਹੜੀਆਂ ਵਰਤ ਰੱਖ ਰਹੀਆਂ ਨੇ ਉਹ ਗਦੀ ਬਣ ਜਾਣਗੀਆਂ ਜਾਂ ਗਧਾ ਬਣ ਜਾਣਗੀਆਂ। ਇੱਥੇ ਇੱਕ ਸਿੰਬੋਲਿਕ ਹੈ, ਸਾਨੂੰ ਸੰਕੇਤ ਦੇ ਰਹੇ ਨੇ ਕਿ ਦੇਖੋ ਜਿਹੜੀ ਗੁਰੂ ਦੀ ਬਾਣੀ ਹੈ, ਗੁਰੂ ਜੀ ਦੇ ਸ਼ਬਦ ਹੈ, ਉਹਨਾਂ ਨੇ ਸਾਡੇ ਅੰਦਰ, ਸਾਡੇ ਹਿਰਦਿਆਂ ਨੂੰ ਰੁਸ਼ਨਾ ਦਿੱਤਾ ਹੈ। ਜਿਹੜੀ ਮਨਮਤ ਦਾ ਕੂੜ ਕਬਾੜਾ ਹੈ, ਹਨੇਰਾ ਹੈ, ਉਹ ਕੱਢ ਦਿੱਤਾ ਹੈ। ਪਰ ਅਸੀਂ ਤਿਆਰ ਹੀ ਨਹੀਂ, ਅਸੀਂ ਸਿੱਖ ਧਰਮ 'ਚ ਹੋ ਕੇ ਕੰਮ ਕਰੀਏ ਫਿਰ ਤੇ ਕਿਤਨੀ ਗੱਲ ਹਜ਼ਮ ਨਹੀਂ ਹੁੰਦੀ। ਤੇ ਇਸੇ ਲਈ ਸਮਝਾ ਰਹੇ ਨੇ ਕਿ ਪਖੰਡਾਂ ਦਾ, ਵਿਪਰਵਾਦ ਦਾ ਜਿਹੜਾ ਭਾਰ ਹੈ ਆਪਣੇ ਮੋਢਿਆਂ ਤੇ ਨਾ ਲੈ ਕੇ ਤੁਰੋ, ਨਹੀਂ ਤੇ ਤੁਹਾਡੀ ਹਾਲਤ ਬੀਬੀਓ ਭੈਣੋ ਇਹੋ ਜਿਹੀ ਹੋ ਜਾਏਗੀ ਕਿ ਅਸੀਂ ਭਾਰ ਸਹਿ ਮਨ ਚਾਰ, ਅਸੀਂ ਭਾਰ ਆਪਣੇ ਉੱਤੇ ਲੱਦਿਆ ਹੋਇਆ ਹੈ। ਤਾਈਓ ਗੁਰੂ ਸਾਹਿਬ ਦੀ ਜਿਹੜੀ ਬਾਣੀ ਹੈ ਸਾਡੀ ਜ਼ਿੰਦਗੀ ਨੂੰ ਸੌਖਾ ਬਣਾ ਰਹੀ ਹੈ, ਸੁਖਾਲਾ ਬਣਾ ਰਹੀ ਹੈ। ਅਸੀਂ ਆਪਣੀ ਜ਼ਿੰਦਗੀ ਨੂੰ ਈਜ਼ੀ ਵੇ ਨਾਲ ਜੀ ਸਕਦੇ ਹਾਂ। ਦੇਖੋ ਸਿੱਖ ਧਰਮ ਵਿੱਚ ਇਸਤਰੀ ਉੱਪਰ ਕੋਈ ਪਾਬੰਦੀ ਨਹੀਂ, ਆਪਾਂ ਸਾਰੇ ਜਾਣਦੇ ਹਾਂ। ਬੀਇੰਗ ਲੇਡੀ ਮੈਂ ਚੀਜ਼ ਮਹਿਸੂਸ ਕਰ ਰਹੀ ਹਾਂ, ਇਸ ਚੀਜ਼ ਨੂੰ ਮੈਂ ਹੰਡਾਇਆ ਹੈ। ਕੋਈ ਪਾਬੰਦੀ ਨਹੀਂ ਹੈ, ਕੋਈ ਪਰਦਾ ਨਹੀਂ ਹੈ, ਕੋਈ ਬਣਾਵਟ ਨਹੀਂ ਹੈ, ਕੋਈ ਹੱਦ ਨਹੀਂ ਹੈ। ਔਰ ਫਿਰ ਵੀ ਇੱਕ ਨਾਰਮਲ ਹੱਦ ਵਿੱਚ ਰਹਿ ਕੇ ਆਪਣੀ ਜ਼ਿੰਦਗੀ ਨੂੰ ਸਵਾਦ ਦੇ ਨਾਲ ਮਾਣ ਰਹੀ ਹੈ ਜਿਹੜੀ ਸਿੱਖ ਧਰਮ ਦੀ ਇਸਤਰੀ ਹੈ। ਤੇ ਇਹ ਜਿਹੜੀ ਖੁਸ਼ਬੂ ਹੈ, ਜਦੋਂ ਆਪਾਂ ਸਿੱਖ ਇਤਿਹਾਸ ਪੜ੍ਹਦੇ ਹਾਂ ਔਰ ਸਾਨੂੰ ਇਹ ਖੁਸ਼ਬੂ ਮਿਲਦੀ ਹੈ, ਆਜ਼ਾਦੀ ਵਾਲੀ ਖੁਸ਼ਬੂ ਅਸੀਂ ਮਹਿਸੂਸ ਕਰਦੇ ਹਾਂ। ਔਰ ਜਿਤਨਾ ਵੀ ਸਿੱਖ ਇਤਿਹਾਸ ਮੈਂ ਪੜ੍ਹਿਆ ਹੈ, ਮੈਨੂੰ ਇਤਨੀ ਸਮਝ ਆਈ ਹੈ ਕਿ ਇਸਤਰੀ ਜਿਹੜੀ ਹੈ ਨਾ ਉੱਤਮ ਹੈ ਔਰ ਕੇਵਲ ਉੱਤਮ ਹੈ। ਇੱਥੇ ਥੋੜੀ ਜਿਹੀ ਵੀ ਆਪਾਂ ਕੋਟ ਕਰਾਂਗੇ ਗੱਲ, ਆਜ਼ਾਦੀ ਤੋਂ ਭਾਵ ਕਈ ਭੈਣਾਂ ਸਾਡੀਆਂ ਅੱਜ ਕੱਲ੍ਹ ਨੌਜਵਾਨ ਜਿਹੜੀਆਂ ਬੱਚੀਆਂ ਨੇ ਉਹ ਇਹ ਆਜ਼ਾਦੀ ਸਮਝਦੀਆਂ ਨੇ ਵੀ ਸਾਨੂੰ ਟਾਈਮ ਬੇ ਟਾਈਮ ਆਉਣ ਜਾਣ ਦਿੱਤਾ ਜਾਵੇ, ਸਾਨੂੰ ਛੋਟੇ ਵੱਡੇ ਕੱਪੜੇ ਪਾਉਣ ਦਿੱਤੇ ਜਾਣ। ਸੋ ਇਦਾਂ ਦੀ ਆਜ਼ਾਦੀ ਹੈ ਜਿਹੜੀ, ਮੁੰਡੇ ਜੋ ਕੁਝ ਕਰਦੇ ਨੇ ਵੀ ਉਹੀ ਅਸੀਂ ਕੁਝ ਕਰਨਾ ਹੈ, ਵੀ ਉਹ ਇੱਕ ਵਿਸ਼ੇ ਵਿਕਾਰਾਂ ਵਾਲੀ ਜ਼ਿੰਦਗੀ ਹੈ ਜਿਹੜੀ, ਜਿਸ ਤਰ੍ਹਾਂ ਕਿ ਤੁਸੀਂ ਦੱਸਿਆ ਕਿ ਇੱਕ ਨੋਰਮਲ ਹੱਦਾਂ ਦੇ ਵਿੱਚ ਰਹਿ ਕੇ ਜਿਹੜੀ ਕਿ ਸਮਾਜ ਨੂੰ ਸਹੀ ਲੈ ਕੇ ਸੇਧ ਦੇਣ, ਉਹ ਆਜ਼ਾਦੀ, ਉਹ ਵਾਲੀ ਆਜ਼ਾਦੀ। ਅੱਜ ਦੀ ਇਸਤਰੀ ਨੇ ਆਜ਼ਾਦੀ ਸਮਝ ਲਿੱਤਾ ਹੈ ਕਿ ਮੈਂ ਸਟਾਈਲਿਸ਼ ਮਾਡਰਨਾਈਜ਼ਡ ਕੱਪੜੇ ਪਾਵਾਂ, ਅਸ਼ਲੀਲਤਾ ਦਾ ਪ੍ਰਦਰਸ਼ਨ ਕਰਾਂ। ਉਹਨੇ ਸਿਰਫ ਫੈਸ਼ਨ ਪ੍ਰਸਤੀ ਨੂੰ ਹੀ ਆਜ਼ਾਦੀ ਸਮਝ ਲਿੱਤਾ ਹੈ। ਔਰ ਅੱਜ
ਔਖੀ ਵੀ ਇਸਤਰੀ ਜੋ ਹੋ ਰਹੀ ਹੈ ਇਸੇ ਕਰਕੇ ਹੋ ਰਹੀ ਹੈ, ਬਿਲਕੁਲ ਹਾਂਜੀ, ਇਸੇ ਕਸੂਰ ਕਰਕੇ ਹੋ ਰਹੀ ਹੈ। ਬਿਲਕੁਲ ਹਾਂਜੀ, ਨਹੀਂ ਤੇ ਸਾਡੇ ਕੋਲ ਇਤਨਾ ਮਹਾਨ ਵਿਰਸਾ ਪਿਆ ਹੈ, ਗੁਰੂ ਸਾਹਿਬਾਂ ਦੀ ਬਾਣੀ ਹੈ, ਇਤਿਹਾਸ ਹੈ, ਅਸੀਂ ਉਹਨੂੰ ਪੜ੍ਹੀਏ ਵਿਚਾਰੀਏ, ਫਿਰ ਸਾਨੂੰ ਪਤਾ ਲੱਗੇਗਾ ਕਿ ਇਸਤਰੀ ਨੂੰ ਤੇ ਇਤਨਾ ਮਾਣ ਬਖਸ਼ਿਆ ਹੈ। ਬਿਲਕੁਲ ਗੁਰੂ ਸਾਹਿਬ ਨੇ ਜਿਹੜਾ ਇਹ ਸਾਨੂੰ ਰਸਤਾ ਦੱਸਿਆ ਹੈ, ਖੰਡੇ ਨਾਲ ਮਾਰਗ ਦੱਸਿਆ ਹੈ, ਇਹ ਬਹੁਤ ਸੌਖਾ ਹੈ ਜੇ ਅਸੀਂ ਗੁਰੂ ਸਾਹਿਬ ਜੀ ਦੇ ਹੁਕਮ ਨੂੰ ਮੰਨ ਲਈਏ। ਔਰ ਸਭ ਤੋਂ ਵੱਡੀ ਗੱਲ, ਜਦੋਂ ਅਸੀਂ ਅਰਦਾਸ ਕਰਦੇ ਹਾਂ, ਭਾਈ ਸਾਹਿਬ ਜੀ ਅਰਦਾਸ ਕਰਦੇ ਨੇ, ਤੇ ਉਹਦੇ ਵਿੱਚ ਇੱਕ ਪੈਰਾ ਆਉਂਦਾ ਹੈ, ਹਾਂਜੀ, ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਬਿਲਕੁਲ ਧਰਮ ਹੇਤ ਸੀਸ ਦਿੱਤੇ। ਹੁਣ ਤੁਸੀਂ ਇੱਥੇ ਹੀ ਤੁਸੀਂ ਹਿਸਾਬ ਲਾ ਲਓ ਕਿ ਗੁਰੂ ਸਾਹਿਬ ਨੇ ਸਾਨੂੰ ਕਿਤਨਾ ਮਾਣ ਬਖਸ਼ਿਆ। ਸਿਰਫ ਸਿੰਘਾਂ ਦੀ ਸ਼ਹਾਦਤ ਦੀ ਗੱਲ ਨਹੀਂ, ਬਿਲਕੁਲ, ਸਿੰਘਣੀਆਂ ਦਾ ਜ਼ਿਕਰ। ਮਾਣ ਨਾਲ ਦਰਸਾਇਆ ਹੈ। ਬਿਲਕੁਲ ਹਾਂਜੀ, ਤੇ ਫਿਰ ਵੀ ਅਸੀਂ ਇਹ ਜੇਕਰ ਇਹ ਵਿਪਰਵਾਦੀ ਰੀਤਾਂ ਵਿੱਚ ਲੱਗੇ ਹੋਏ ਆ, ਹੋਰ ਧਰਮਾਂ ਦੀਆਂ ਰਸਮਾਂ ਨੂੰ ਆਪਣੇ ਧਰਮ ਵਿੱਚ ਲਿਆ ਕੇ ਭਾਰ ਲੱਦੀ ਜਾ ਰਹੇ ਆ, ਤੇ ਤਾਂ ਹੀ ਅਸੀਂ ਔਖੇ ਹੋ ਰਹੇ ਹਾਂ, ਬਿਲਕੁਲ ਤਾਂ ਹੀ ਸਾਡੀ ਜ਼ਿੰਦਗੀ ਸੌਖੀ ਨਹੀਂ ਹੈ। ਬਿਲਕੁਲ। ਸੋ ਗੁਰੂ ਪਿਆਰਿਓ, ਗੁਰੂ ਸਾਹਿਬ ਜੀ ਦੇ ਬਾਣੀ ਦਾ ਫਰਮਾਨ ਹੈ, ਕਰਮ ਧਰਮ ਪਾਖੰਡ ਜੋ ਦਿਸੈ ਤਿਨ ਜਮ ਜਗਾਤੀ ਲੁੱਟਾ। ਕਹਿੰਦੇ ਉਹ ਕਰਮ ਜਿਹੜੇ ਦਿਖਦੇ ਤੇ ਧਰਮ ਦੇ ਹੋਣ, ਪਰ ਧਰਮ ਨਾਲ ਕੋਈ ਸੰਬੰਧ ਨਾ ਹੋਵੇ, ਉਹ ਪਖੰਡ ਹੁੰਦਾ ਹੈ। ਤੇ ਉਹ ਪਖੰਡ ਕਹਿੰਦੇ ਉੱਥੇ ਤੱਕ ਤਾਂ ਪਹੁੰਚਦੇ ਨਹੀਂ, ਰਸਤੇ 'ਚ ਜਮਾ ਨਹੀਂ ਲੁੱਟ ਲੈਣੇ ਨੇ। ਸੋ ਇਹੋ ਜਿਹੇ ਪਖੰਡਾਂ ਤੋਂ ਅਸੀਂ ਬਚਣਾ, ਕਰਮ ਕਾਂਡਾਂ ਤੋਂ ਅਸੀਂ ਬਚਣਾ, ਸੱਚ ਦੇ ਰਾਹ ਤੇ ਚੱਲਣਾ। ਬਾਕੀ ਭੈਣ ਜੀ ਨੇ ਦੱਸਿਆ ਕਿ ਸੁਹਾਗਣ ਦਾ ਜਿਹੜਾ ਗੁਰੂ ਸਾਹਿਬ ਨੇ ਕਨਸੈਪਟ ਦਿੱਤਾ ਹੈ, ਉਹ ਗੁਰਬਾਣੀ ਦੇ ਵਿੱਚ ਮਿੱਠਾ ਬੋਲਣਾ, ਮਿੱਠਾ ਸੁਭਾਅ, ਚੰਗੇ ਗੁਣ, ਇਹ ਸਭ ਕੁਝ ਗੁਰੂ ਸਾਹਿਬ ਨੇ ਸਾਨੂੰ ਗੁਰਬਾਣੀ ਦੇ ਵਿੱਚ ਸਮਝਾਇਆ। ਇੱਥੇ ਮੈਂ ਗੁਰੂ ਅਮਰਦਾਸ ਮਹਾਰਾਜ ਜੀ ਦਾ ਹੀ ਪਾਵਨ ਸ਼ਬਦ ਆਪ ਜੀ ਨਾਲ ਸਾਂਝਾ ਕਰਾਂਗਾ। ਮਹਾਰਾਜ ਜੀ ਕਹਿੰਦੇ, ਧਨ ਫਿਰ ਇਹ ਨਾ ਆਖੀਆਂ ਬਹਿਨ ਇਕੱਠੇ ਹੋਏ। ਵੇਖੋ, ਪਤੀ ਪਤਨੀ ਦੇ ਪਿਆਰ ਦਾ ਪ੍ਰਤੀਕ ਹੈ ਨਾ ਇਹ ਜਿਹੜਾ ਤਿਉਹਾਰ ਤੁਸੀਂ ਮਨਾ ਰਹੇ ਹੋ, ਕਰਵਾ ਚੌਥ, ਵੀ ਪਤਨੀ ਆਪਣੇ ਪਤੀ ਦੀ ਵਰਤ ਰੱਖ ਰਹੀ ਹੈ। ਪਰ ਗੁਰੂ ਸਾਹਿਬ ਜੀ ਕੀ ਕਹਿ ਰਹੇ ਨੇ? ਮਹਾਰਾਜ ਕਹਿੰਦੇ, ਧਨ ਫਿਰ ਇਹ ਨਾ ਆਖੀਆਂ ਬਹਿਨ ਇਕੱਠੇ ਹੋਏ। ਧਨ ਫਿਰ ਕਹਿੰਦੇ ਨੇ ਪਤੀ ਪਤਨੀ ਨੂੰ। ਮਹਾਰਾਜ ਕਹਿੰਦੇ ਜਿਹੜੇ ਇਸਤਰੀ ਤੇ ਪੁਰਸ਼ ਇੱਕ ਛੱਤ ਦੇ ਥੱਲੇ ਇਕੱਠੇ ਰਹਿੰਦੇ ਨੇ, ਇਕੱਠੇ ਬੈਠਦੇ ਉੱਠਦੇ ਨੇ, ਸੰਸਾਰ ਵਿੱਚ ਵਿਚਰਦੇ ਨੇ, ਮੈਂ ਉਹਨਾਂ ਨੂੰ ਪਤੀ ਪਤਨੀ ਨਹੀਂ ਮੰਨਦਾ। ਫਿਰ ਕੌਣ ਹੈ ਅਸਲੀ ਪਤੀ ਪਤਨੀ? ਗੁਰੂ ਸਾਹਿਬ ਕਹਿੰਦੇ, ਧਨ ਫਿਰ ਇਹ ਨਾ ਆਖੀਆਂ ਬਹਿਨ ਇਕੱਠੇ ਹੋਏ, ਏਕ ਜੋਤ ਦੋਇ ਮੂਰਤੀ, ਧਨ ਫਿਰ ਕਈ ਐਸੋਏ। ਗੁਰੂ ਸਾਹਿਬ ਕਹਿੰਦੇ ਜਿਹੜੇ ਦੇਖਣ 'ਚ ਭਾਵਾਂ ਦੋ ਹੋਣ, ਪਰ ਉਹਨਾਂ ਦੇ ਅੰਦਰ ਜੋਤ ਇੱਕ ਚੱਲਦੀ ਹੋਵੇ, ਉਹ ਨੇ ਅਸਲੀ ਪਤੀ ਔਰ ਪਤਨੀ। ਭਾਵ ਕਿ ਉਹਨਾਂ ਦੇ ਵਿਚਾਰਾਂ ਦੀ ਸਾਂਝ ਇੱਕ ਹੋਵੇ, ਵਿਚਾਰਾਂ ਦੇ ਵਿੱਚ ਸਾਂਝ ਹੋਵੇ, ਪ੍ਰੇਮ ਹੋਵੇ ਅੰਦਰ ਹਿਰਦਿਆਂ ਦੇ ਵਿੱਚ, ਉਹ ਨੇ ਅਸਲੀ ਪਤੀ ਪਤਨੀ। ਤੇ ਜੇ ਵਿਚਾਰਾਂ ਦੀ ਸਾਂਝ ਨਹੀਂ, ਇੱਕ ਕੁਝ ਹੋਰ ਕਹਿ ਰਿਹਾ, ਦੂਸਰਾ ਕੁਝ ਹੋਰ ਕਹਿ ਰਿਹਾ, ਇੱਕ ਉੱਧਰ ਜਾ ਰਿਹਾ ਸੱਜੇ ਪਾਸੇ, ਦੂਆ ਖੱਬੇ ਪਾਸੇ ਜਾ ਰਿਹਾ, ਤਾਂ ਉਹ ਫਿਰ ਕਰਮ ਕਾਂਡੀ ਬਣ ਕੇ ਰਹਿ ਜਾਣਗੇ, ਉਹਦੇ ਨਾਲ ਕੋਈ ਫਾਇਦਾ ਨਹੀਂ ਹੋਣਾ। ਸੋ ਭੈਣ ਜੀ, ਕੋਈ ਸਿੱਖ ਧਰਮ ਦੇ ਵਿੱਚ ਵੀ ਕਿਸੇ ਤਰ੍ਹਾਂ ਦਾ ਵਰਤ ਰੱਖਣ ਦੀ ਇਜਾਜ਼ਤ ਹੈ ਵੀ ਸਿੱਖ ਬੀਬੀਆਂ ਨੂੰ ਜਾਂ ਪੁਰਸ਼ਾਂ ਨੂੰ ਕੋਈ ਵਰਤ ਰੱਖਣਾ ਚਾਹੀਦਾ? ਬਿਲਕੁਲ, ਗੁਰਬਾਣੀ ਅਨੁਸਾਰ ਸਾਨੂੰ ਵਰਤ ਰੱਖਣ ਲਈ ਕਿਹਾ ਗਿਆ ਹੈ। ਅੱਛਾ, ਉਹ ਵਰਤ ਕਿਹੜੇ ਹਨ? ਹਾਂਜੀ, ਸੱਚ, ਵਰਤ, ਤੀਰਥ ਇਸ਼ਨਾਨ। ਓਕੇ, ਸੱਚ ਵਰਤ ਭਾਵ ਸੱਚ ਦੇ ਮਾਰਗ ਤੇ ਤੁਰਨ ਦਾ ਵਰਤ ਅਸੀਂ ਰੱਖਣਾ। ਜਿਹੜੇ ਸਾਡੇ ਇਹ ਗਿਆਨ ਇੰਦਰੀ ਨੇ, ਵਿਕਾਰ ਨੇ, ਇਹਨਾਂ ਨੂੰ ਸੋਧਣਾ ਹੈ। ਗੁਰਬਾਣੀ ਸਾਨੂੰ ਬਾਰ-ਬਾਰ ਸਮਝਾਉਂਦੀ ਹੈ। ਤੇ ਗੁਰੂ ਸਾਹਿਬ ਸਾਨੂੰ ਦੱਸ ਰਹੇ ਨੇ ਕਿ ਸਾਡੀਆਂ ਅੱਖਾਂ ਲਈ ਵਰਤ ਕੀ ਹੈ, ਕਿ ਅਸੀਂ ਮਾੜਾ ਨਹੀਂ ਵੇਖਣਾ, ਗੰਦਾ ਨਹੀਂ ਵੇਖਣਾ। ਬਿਲਕੁਲ। ਸਾਇੰਟੀਫਿਕਲੀ ਵੀ ਦੇਖੀਏ ਤੇ ਕਹਿੰਦੇ ਨੇ 83% ਗੰਦਗੀ ਹੈ ਨਾ, ਉਹ ਸਾਡੀਆਂ ਅੱਖਾਂ ਨਾਲ ਸਾਡੇ ਅੰਦਰ ਜਾਂਦੀ ਹੈ। ਬਿਲਕੁਲ। ਤੇ ਅੰਦਰ ਖਿਲਾ ਦਿੰਦੀ ਹੈ ਸਾਰਾ ਕੁਝ। ਬਿਲਕੁਲ। ਸੋ ਅੱਖਾਂ ਦਾ ਇਹ ਵਰਤ ਹੈ ਕਿ ਅਸੀਂ ਮਾੜਾ ਨਹੀਂ ਦੇਖਣਾ। ਇਸ ਰਸਨਾ ਦਾ, ਇਸ ਜੀਭ ਦਾ ਵਰਤ ਹੈ ਕਿ ਅਸੀਂ ਮਾੜਾ ਨਹੀਂ ਬੋਲਣਾ। ਬਿਲਕੁਲ। ਕਹਿੰਦੇ ਨੇ ਨਾ, ਕੂੜ ਬੋਲ ਮੁਰਦਾਰ ਖਾਏ। ਬਿਲਕੁਲ। ਮੰਦਾ ਬੋਲਣਾ ਮੁਰਦਾ ਖਾਣ ਦੇ ਬਰਾਬਰ ਹੈ। ਬਿਲਕੁਲ। ਚੰਗੀ ਸਾਡੀ ਘਾੜਤ ਹੋਵੇ। ਸਾਹਿਬ ਜੀ ਸਮਝਾਉਂਦੇ ਨੇ ਕਿ ਹੱਕ ਪਰਾਇਆ ਨਾਨਕਾ ਉਹ ਸੂਰ ਉਸ ਗਾਏ। ਪਰਾਇਆ ਹੱਕ ਨਹੀਂ ਖਾਣਾ, ਇਹ ਵੀ ਇਸ ਜੀਵ ਦਾ ਵਰਤ ਹੈ। ਗਲਤ ਰਸਤੇ ਤੇ ਨਹੀਂ ਤੁਰਨਾ। ਰਹਿਤਨਾਮਿਆਂ ਵਿੱਚ ਵੀ ਸਾਨੂੰ ਸਮਝਾਇਆ ਗਿਆ ਹੈ ਕਿ ਸਾਡੀ ਜਿਹੜੀ ਰਹਿਤ ਹੈ ਉਹ ਇਹੀ ਹੈ ਕਿ ਅਸੀਂ ਚੰਗਾ ਦੇਖੀਏ, ਚੰਗਾ ਸੋਚੀਏ, ਚੰਗਾ ਬੋਲੀਏ ਤੇ ਚੰਗੇ ਰਸਤੇ ਤੇ ਤੁਰੀਏ। ਸੋ ਇਹ ਜਿਹੜੇ ਵਰਤ ਨੇ ਅਸੀਂ ਰੱਖਣੇ ਨੇ। ਬਿਲਕੁਲ ਜੀ। ਸੋ ਸਿੱਖ ਬੀਬੀਆਂ ਨੂੰ ਮੈਂ ਬੇਨਤੀ ਕਰਾਂਗਾ ਇਸ ਪ੍ਰੋਗਰਾਮ ਦੇ ਜ਼ਰੀਏ ਵੀ ਜਿਨ੍ਹਾਂ ਨੂੰ ਸ਼ੌਂਕ ਹੈ ਵਰਤ ਰੱਖਣ ਦਾ, ਉਹ ਜ਼ਰੂਰ ਵਰਤ ਰੱਖੋ। ਨਾਲੇ ਇੱਕ ਦਿਨ ਲਈ, ਸਾਰੀ ਉਮਰ ਲਈ ਵਰਤ ਰੱਖੋ। ਸੋ ਉਹ ਵਰਤ ਜਿਵੇਂ ਭੈਣ ਜੀ ਨੇ ਦੱਸਿਆ ਕਿ ਝੂਠ ਬੋਲਣ ਦਾ ਵਰਤ ਰੱਖਣਾ ਸੀ, ਨਿੰਦਿਆ ਚੁਗਲੀ ਦਾ ਵਰਤ ਰੱਖਣਾ, ਵੀ ਇਹਨਾਂ ਚੀਜ਼ਾਂ ਨੂੰ ਵਰਤ ਦਾ ਆਖਰੀ ਅਰਥ ਹੈ ਤਿਆਗਣਾ। ਝੂਠ ਦੇ ਮਾਰਗ ਤੇ ਤੁਰਨ ਦਾ ਵਰਤ ਰੱਖਣਾ ਸੀ।
ਸੋ ਇਦਾਂ ਦੇ ਵਰਤ ਅਸੀਂ ਰੱਖਣੇ ਨੇ ਤਾਂ ਕਿ ਸਾਡੇ ਸਮਾਜ ਦਾ ਭਲਾ ਹੋ ਸਕੇ। ਵੇਖੋ ਸਾਡੇ ਭੁੱਖੇ ਰਹਿਣ ਦੇ ਨਾਲ ਕਿਸੇ ਦੂਜੇ ਦਾ ਭਲਾ ਕਿਵੇਂ ਹੋ ਸਕਦਾ। ਹੁਣ ਇੱਕ ਸੱਜਣ ਕਹਿੰਦਾ ਜੀ ਮੈਂ ਪੈਰਾਂ 'ਚ ਜੁੱਤੀ ਨਹੀਂ ਪਾਉਂਦਾ, ਤੂੰ ਜੁੱਤੀ ਨਾ ਪਾ, ਉਹਦੇ ਨਾਲ ਸਮਾਜ ਨੂੰ ਕੀ ਫਾਇਦਾ ਹੈ? ਨੰਗੇ ਪੈਰ ਤੁਰੀ ਚੱਲ, ਉਹਦੇ ਨਾਲ ਦੂਜੇ ਨੂੰ ਕੀ ਫਾਇਦਾ ਹੈ? ਉਲਟਾ ਤੈਨੂੰ ਆਪ ਨੂੰ ਹੀ ਨੁਕਸਾਨ ਹੈ। ਸੋ ਜਦੋਂ ਅਸੀਂ ਕੋਈ ਆਪਣਾ ਔਗੁਣ ਛੱਡ ਦਿਆਂਗੇ, ਆਪਣਾ ਔਗੁਣ ਤਿਆਗ ਦਿਆਂਗੇ, ਕੁਝ ਦਾ ਫਾਇਦਾ ਹੋਊਗਾ ਸਮਾਜ ਨੂੰ। ਜੇ ਅਸੀਂ ਝੂਠ ਬੋਲਣਾ ਛੱਡ ਦਿੱਤਾ, ਨਿੰਦਿਆ ਚੁਗਲੀ ਛੱਡ ਦਿੱਤੀ, ਮਾੜੇ ਕਰਮ ਛੱਡ ਦਿੱਤੇ, ਤਾਂ ਜੇ ਹਰ ਇੱਕ ਬੰਦਾ ਹੀ ਆ ਸਾਰਾ ਕੁਝ ਛੱਡ ਦੇ ਤਾਂ ਸਮਾਜ ਆਪੇ ਹੀ ਸੁਧਰ ਜਾਣਾ। ਸਿੱਖ ਧਰਮ ਸਿਰਫ ਸਿੱਖਾਂ ਵਾਸਤੇ ਨਹੀਂ ਹੈ, ਸਿੱਖ ਬੀਬੀਆਂ ਵਾਸਤੇ ਨਹੀਂ ਹੈ। ਇਹ ਜਿਹੜਾ ਖਜ਼ਾਨਾ ਹੈ, ਗੁਰੂ ਸਾਹਿਬ ਨੇ ਜਿਹੜਾ ਥਾਲ ਤਿਆਰ ਕੀਤਾ ਹੈ ਨਾ, ਇਹ ਸਭ ਵਾਸਤੇ ਹੈ। ਇਹ ਥਾਲ ਵਿੱਚੋਂ ਮੋਤੀ ਖਜ਼ਾਨਾ ਹਰ ਇੱਕ ਬੰਦਾ ਲੈ ਸਕਦਾ ਹੈ ਔਰ ਮਾਣ ਸਕਦਾ ਹੈ। ਪਰ ਅਸੀਂ ਜੇ ਬੀਇੰਗ ਸਿੱਖ ਪਰਿਵਾਰਾਂ ਵਿੱਚੋਂ ਹੋ ਕੇ ਇਸ ਖਜ਼ਾਨੇ ਦਾ ਫਾਇਦਾ ਨਾ ਲੈ ਸਕੇ ਤੇ ਅਸੀਂ ਫਿਰ ਅੱਜ ਤਾਈਓ ਇਹ ਸਭ ਸਾਡੇ ਅੱਗੇ ਦਰਪੇਸ਼ ਮੁਸ਼ਕਲਾਂ ਆ ਰਹੀਆਂ। ਸੋ ਲੋੜ ਹੈ ਅਸੀਂ ਸਮਝੀਏ ਕਿ ਗੁਰੂ ਸਾਹਿਬ ਨੇ ਸਾਨੂੰ ਕੀ ਹੁਕਮ ਦਿੱਤਾ, ਕਿਹੜੇ ਸਿਧਾਂਤ ਬਖਸ਼ੇ, ਉਹਨਾਂ ਸਿਧਾਂਤਾਂ ਤੇ ਤੁਰੀਏ। ਇੱਕ ਚੰਗਾ ਸੁਚੱਜਾ ਜੀਵਨ ਸਾਨੂੰ ਬਖਸ਼ਿਆ, ਸੁਖਾਲਾ ਜੀਵਨ ਬਖਸ਼ਿਆ। ਅਸੀਂ ਆਪਣੇ ਲਈ ਐਵੇਂ ਹੀ ਔਖਾ ਰਾਹ ਚੁਣ ਲਿੱਤਾ ਹੈ। ਸੋ ਗੁਰੂ ਦੀ ਬਾਣੀ ਵੱਲ ਆਈਏ, ਗੁਰੂ ਸਾਹਿਬ ਦੇ ਉਪਦੇਸ਼ਾਂ ਉੱਤੇ ਤੁਰੀਏ ਤੇ ਫਿਰ ਵੇਖੀਏ ਸਾਡੀ ਜ਼ਿੰਦਗੀ ਕਿਦਾਂ ਆਨੰਦਿਤ ਹੋ ਜਾਏਗੀ। ਸੋ ਬਿਲਕੁਲ ਜੀ, ਜਦ ਤੱਕ ਗੁਰੂ ਦੇ ਦੱਸੇ ਰਾਹ ਤੇ ਨਹੀਂ ਤੁਰਦੇ, ਇਹਨਾਂ ਕਰਮ ਕਾਂਡਾਂ ਤੋਂ ਦੂਰ ਹੋ ਕੇ ਸੱਚ ਦੇ ਮਾਰਗ ਤੇ ਨਹੀਂ ਤੁਰਦੇ, ਤਾਂ ਇਦਾਂ ਦੀਆਂ ਫਿਰ ਦਰਪੇਸ਼ ਮੁਸ਼ਕਲਾਂ ਦਾ ਸਾਹਮਣਾ ਸਾਨੂੰ ਕਰਨਾ ਪੈ ਸਕਦਾ। ਸੋ ਮਹਾਰਾਜ ਜੀ ਦੀ ਬਾਣੀ ਦਾ ਫਰਮਾਨ ਅਖੀਰ ਤੇ ਮੈਂ ਆਪ ਜੀ ਨਾਲ ਸਾਂਝਾ ਕਰਾਂਗਾ। ਮਹਾਰਾਜ ਜੀ ਕਹਿੰਦੇ, ਜਬ ਲਗ ਖਾਲਸਾ ਰਹਿ ਨਿਆਰਾ, ਤਬ ਲਗ ਤੇਜ ਦਿਓ ਮੈਂ ਸਾਰਾ, ਜਬ ਇਹ ਕਹਾ ਵਿਪਰਨ ਕੀ ਰੀਤ, ਮੈਂ ਨਾ ਕਰੂੰ ਇਨਕੀ ਪ੍ਰਤੀਤ। ਸੋ ਜਦੋਂ ਤੱਕ ਅਸੀਂ ਵਿਪਰਵਾਦ ਚੋਂ ਨਹੀਂ ਨਿਕਲਦੇ, ਉਦੋਂ ਤੱਕ ਗੁਰੂ ਸਾਹਿਬ ਕਹਿੰਦੇ ਮੈਨੂੰ ਆਪਣੇ ਸਿੱਖ ਤੇ ਭਰੋਸਾ ਨਹੀਂ। ਸੋ ਇਹ ਕਰਮਕਾਂਡ ਸਾਨੂੰ ਛੱਡਣੇ ਪੈਣਗੇ, ਗੁਰੂ ਦਾ ਦੱਸਿਆ ਹੋਇਆ ਮਾਰਗ ਸਾਨੂੰ ਅਪਣਾਉਣਾ ਪਊਗਾ। ਸੋ ਅੱਜ ਦਾ ਇਹ ਪ੍ਰੋਗਰਾਮ ਕਰਨ ਦਾ ਸਾਡਾ ਮਕਸਦ ਹੀ ਇੰਨਾ ਹੈ ਕਿ ਗੁਰੂ ਦਾ ਸੰਦੇਸ਼ ਹੈ ਜਿਹੜਾ ਉਹ ਘਰ ਘਰ ਤੱਕ ਪਹੁੰਚਾਇਆ ਜਾ ਸਕੇ। ਸੋ ਬਾਕੀ ਕਿਸੇ ਵੀ ਧਰਮ ਨੂੰ ਕੋਟ ਕਰਕੇ ਅਸੀਂ ਕੋਈ ਟਾਰਗੇਟ ਕਰਕੇ ਇੱਥੇ ਗੱਲਬਾਤ ਨਹੀਂ ਕਰ ਰਹੇ। ਸੋ ਇਹ ਪਖੰਡਾਂ ਦੀ ਗੱਲ ਹੋ ਰਹੀ ਹੈ, ਕਰਮ ਕਾਂਡਾਂ ਦੀ ਗੱਲ ਹੋ ਰਹੀ ਹੈ, ਜਿਨ੍ਹਾਂ ਦਾ ਧਰਮ ਦੇ ਨਾਲ ਕੋਈ ਸੰਬੰਧ ਨਹੀਂ। ਸੋ ਉਸ ਧਰਮ ਦੀਆਂ ਬੀਬੀਆਂ ਵੀ ਜਿਹੜੀਆਂ ਕਿ ਸੱਚ ਨੂੰ ਜਾਣ ਚੁੱਕੀਆਂ ਨੇ, ਉਹ ਵੀ ਸਮਝਦੀਆਂ ਨੇ ਵੀ ਇਹਨਾਂ ਚੀਜ਼ਾਂ ਦਾ ਕੋਈ ਲਾਭ ਨਹੀਂ। ਸੋ ਮਹਾਰਾਜ ਜੀ ਬਖਸ਼ਿਸ਼ ਕਰਨ। ਅਖੀਰ ਤੇ ਭੈਣ ਜੀ ਤੁਸੀਂ ਸਾਡੇ ਦਰਸ਼ਕਾਂ ਨੂੰ, ਸਾਡੀਆਂ ਭੈਣਾਂ ਨੂੰ ਕੀ ਉਪਦੇਸ਼ ਦੇਣਾ ਚਾਹੋਗੇ? ਅਖੀਰ ਤੇ ਮੈਂ ਇਹੀ ਕਹਿਣਾ ਚਾਹਾਂਗੀ ਕਿ ਸਰਦੀਪ ਨੇ ਬੜਾ ਸੋਹਣਾ ਅੱਜ ਦੇ ਜਿਹੜੇ ਹਾਲਾਤ ਨੇ ਉਹਨਾਂ ਬਾਰੇ ਸਾਨੂੰ ਸਮਝਾਇਆ ਹੈ ਕਿ ਕਲਗੀਧਰ ਦੇ ਲਾਡਲੇ ਸੂਰਬੀਰਾ, ਕਲਗੀਧਰ ਦੇ ਲਾਡਲੇ ਸੂਰਬੀਰਾ, ਉਹ ਕਿੱਥੇ ਗਈ ਸੋਹਣੀ ਸ਼ਾਨ ਤੇਰੀ, ਅੱਜ ਦਿਸਦਾ ਨਹੀਂ ਉਹ ਨੂਰ ਤੇਰਾ, ਨਾ ਗਾਤਰਾ ਕਿਤੇ ਨਾ ਕਿਰਪਾਨ ਤੇਰੀ, ਤੇਰਾ ਨਾਂ ਸੁਣ ਕੇ ਜਿਹੜੇ ਕੰਬਦੇ ਸਨ ਹਾਸੇ ਉਹੀ ਪਏ ਅੱਜ ਉਡਾਨ ਤੇਰੀ, ਡਾਡਾ ਡਿੱਗਿਆ ਏ ਮੂੰਹ ਦੇ ਭਾਰ ਆ ਕੇ, ਹਾਲਤ ਹੁੰਦੀ ਨਹੀਂ ਅੱਜ ਬਿਆਨ ਤੇਰੀ, ਲੱਖਾਂ ਵਿੱਚ ਵੀ ਕੱਲਾ ਸੀ ਖੜ ਜਾਂਦਾ, ਉਦੋਂ ਹੁੰਦੀ ਸੀ ਵੱਖਰੀ ਪਹਿਚਾਨ ਤੇਰੀ, ਕਲਗੀਧਰ ਦੇ ਲਾਡਲੇ ਸੂਰਬੀਰਾ, ਉਹ ਕਿੱਥੇ ਗਈ ਸੋਹਣੀ ਸ਼ਾਨ ਤੇਰੀ। ਸੋ ਮੇਰੀ ਇਹ ਬੇਨਤੀ ਹੈ ਕਿ ਆਪਣੇ ਇਸ ਮੁਬਾਰਕ ਗੁਰੂ ਸਾਹਿਬ ਜੀ ਦੇ ਬਖਸ਼ੇ ਹੋਏ ਸਿਧਾਂਤਾਂ ਨੂੰ ਸਮਝੀਏ, ਉਹਨਾਂ ਦੇ ਦੱਸੇ ਹੋਏ ਰਾਹ ਤੇ ਤੁਰੀਏ। ਸੋ ਬਹੁਤ ਬਹੁਤ ਧੰਨਵਾਦ ਭੈਣ ਜੀ, ਆਪ ਜੀ ਨੇ ਸਮਾਂ ਕੱਢ ਕੇ ਸਾਡੇ ਸਟੂਡੀਓ ਵਿੱਚ ਆ ਕੇ ਆਪਣੇ ਵਿਚਾਰ ਦਿੱਤੇ, ਸਾਡੇ ਦਰਸ਼ਕਾਂ ਦੇ ਨਾਲ ਆਪਣੇ ਵਿਚਾਰ ਸਾਂਝੇ ਕੀਤੇ। ਬਹੁਤ ਬਹੁਤ ਆਪ ਜੀ ਦਾ ਸ਼ੁਕਰੀਆ ਅਦਾ ਕਰਾਂਗੇ। ਸੋ ਗੁਰੂ ਪਿਆਰਿਓ, ਅੱਜ ਦਾ ਪ੍ਰੋਗਰਾਮ ਇੱਥੇ ਸਮਾਪਤ ਕਰਾਂਗੇ। ਅਗਲੇ ਪ੍ਰੋਗਰਾਮ ਦੇ ਵਿੱਚ ਫਿਰ ਕਿਸੇ ਹੋਰ ਵਿਸ਼ੇ ਦੇ ਉੱਤੇ ਗੱਲਬਾਤ ਕਰਾਂਗੇ, ਫਿਰ ਆਪ ਜੀ ਦੇ ਰੂਬਰੂ ਹੋਵਾਂਗੇ। ਉਦੋਂ ਤੱਕ ਆਪ ਜੀ ਦੇਖਦੇ ਰਹੋ ਖਾਲਸਾ ਪ੍ਰਚਾਰ ਮਿਸ਼ਨ ਟੀਵੀ ਔਰ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ। ਵਿਚਾਰ ਚੰਗੇ ਲੱਗਣ ਤਾਂ ਜਰੂਰ ਅੱਗੇ ਸ਼ੇਅਰ ਕਰਿਓ, ਆਪਣੀਆਂ ਭਾਵਨਾਵਾਂ ਕਮੈਂਟਸ ਦੇ ਸਾਡੇ ਨਾਲ ਜਰੂਰ ਸਾਂਝੀਆਂ ਕਰਿਓ। ਸੋ ਦਿਓ ਇਜਾਜ਼ਤ, ਬੁਲਾਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ।